जी आए ਨੂੰ ਪਿਆਰੇ ਵਿਦਿਆਰਥੀਓ NCERT ਦੀ ਜਾਂ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ ਜਾਂ ਤੁਸੀਂ ਕਹ ਲਓ CBSE ਦੀ 8th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਹੈ 8 ਟਾਈਟਲਡ ਸੈੱਲ ਸਟਰਕਚਰ ਐਂਡ ਫੰਕਸ਼ਨਸ ਅਰਥਾਤ ਜੋ ਸੈੱਲ ਹੈ ਉਹਦੇ ਸਟਰਕਚਰ ਉਹਦਾ ਢਾਂਚਾ ਉਹਦੀ ਬਣਤਰ ਤੇ ਉਹਦੇ ਫੰਕਸ਼ਨਸ ਕੀ ਨੇ ਉਹਦੇ ਬਾਰੇ ਚੈਪਟਰ ਹੈ ਤੇ ਉਸ ਚੈਪਟਰ ਵਿੱਚ ਆਏ ਸਾਰੇ ਕੀਵਰਡਸ ਇੰਪੋਰਟੈਂਟ ਟਰਮੀਨੋਲੋਜੀ ਜਿਹੜੇ ਖਾਸ ਜਿਹੜੇ ਸੈੱਲ ਦੇ ਨਾਲ ਜੁੜੇ ਹੋਏ ਸ਼ਬਦ ਨੇ ਉਹਦੀ ਡਿਟੇਲ ਵਿੱਚ ਅਸੀਂ ਉਹਦੀ ਡੈਫੀਨੇਸ਼ਨ ਤੇ ਹੋਰ ਜੁੜੀਆਂ ਗੱਲਾਂ ਸਾਰੀਆਂ ਕਰਾਂਗੇ। ਤੁਸੀਂ ਇਹ ਸਮਝ ਲਓ ਕਿ ਚੈਪਟਰ 8 ਦਾ ਇਸ ਵੀਡੀਓ ਵਿੱਚ ਪੂਰਾ ਦਾ ਪੂਰਾ ਨਿਚੋੜ ਹੈ। ਇਟ ਵਿਲ ਕਵਰ ਆਲਮੋਸਟ ਐਵਰੀਥਿੰਗ ਯੂ ਹੈਵ ਇਨ ਯੂਰ ਚੈਪਟਰ। ਸੋ ਇਹ ਬੜਾ ਇੰਪੋਰਟੈਂਟ ਹੈਗਾ ਚੈਪਟਰ ਇਹ ਵਾਲਾ ਤੇ ਤੁਸੀਂ ਨੋਟਬੁੱਕ ਲੈ ਲਓ ਨਾਲ ਪੈਨ ਲੈ ਲਓ ਤੇ ਵੀਡੀਓ ਪੌਜ਼ ਕਰਕੇ ਸਾਰੀਆਂ ਗੱਲਾਂ ਨੋਟ ਕਰਦੇ ਜਾਣਾ ਬੜੀ ਧਿਆਨ ਦੇ ਨਾਲ ਔਰ ਬੜੇ ਮਤਲਬ ਕਿ 2 ਦਿਨ ਲਾ ਕੇ ਮੈਂ ਚੈਪਟਰ ਤਿਆਰ ਕੀਤਾ ਤੁਹਾਡੇ ਲਈ। ਸੋ ਇਟ ਵਿਲ ਮੇਕ ਯੂਰ ਜੌਬ ਮੇਕ ਯੂਰ ਟਾਸਕ ਆਫ ਸਟੱਡਿੰਗ ਦਿਸ ਚੈਪਟਰ ਵੈਰੀ ਈਜ਼ੀ। ਤੁਹਾਡਾ ਕੰਮ ਬਹੁਤ ਸੌਖਾ ਹੋ ਜਾਏਗਾ। ਤੇ ਅੱਗੇ ਵਧਣ ਤੋਂ ਮੈਂ ਪਹਿਲੇ ਦੱਸ ਦਵਾਂ ਕਿ 8th ਕਲਾਸ ਦੀ ਮੈਥ ਦੀ ਬੁੱਕ ਜਿਹੜੀ ਹੈ ਉਹ ਸਾਰੀ ਸੋਲਵ ਕਰਕੇ ਸਾਰੇ ਕੁਐਸਚਨਸ ਜਿਹੜੇ ਨੇ ਹੱਲ ਕਰਕੇ ਉਹ ਪਾ ਦਿੱਤੇ ਗਏ ਨੇ ਨੈਟ ਦੇ ਉੱਤੇ। ਤੁਸੀਂ ਉਹ ਵੀ ਦੇਖ ਸਕਦੇ ਹੋ। ਯੂ ਹੈਵ ਟੂ ਜਸਟ ਗੋ ਟੂ ਚਟਸਾਲ ਐਡਾ ਚੈਨਲ ਹੈਗਾ ਉਹ ਤੇ ਗੋ ਟੂ ਪਲੇਲਿਸਟ ਐਂਡ ਸਿਲੈਕਟ ਦੀ ਜਿਹੜੀ ਪਲੇਲਿਸਟ ਹੈਗੀ ਜੇ ਤੇ ਲਿਖਿਆ ਹੈ 8th ਮੈਥ, ਠੀਕ ਹੈ, ਉਹਨੂੰ ਸਿਲੈਕਟ ਕਰ ਲੈਣਾ। ਇसी ਤਰ੍ਹਾਂ 8th ਮੈਥ ਨੋਟਸ ਜਿਹੜੇ 8th ਦੀ ਮੈਥ ਦੀ ਬੁੱਕ ਹੈ ਉਹਦੇ ਸਾਰੇ ਚੈਪਟਰਸ ਦੇ ਜਿੰਨੇ ਵੀ ਨੋਟਸ ਹੈਗੇ ਨੇ ਉਹ ਵੀ ਅਲੱਗ ਪਲੇਲਿਸਟ ਬਣੀ ਹੋਈ ਹੈ। ਸੋ ਪਹਿਲੇ ਨੋਟਸ ਕਰੋ ਤੇ ਬਾਅਦ 'ਚ ਫਿਰ ਤੁਸੀਂ ਕੁਐਸਚਨਸ ਕਰੋ, ਠੀਕ ਹੈ। ਸੋ ਆਓ ਇਹਨੂੰ ਸ਼ੁਰੂ ਕਰੀਏ। ਕੀਵਰਡਸ ਇਨ ਚੈਪਟਰ 8 ਟਾਈਟਲਡ ਸੈੱਲ ਸਟਰਕਚਰ ਐਂਡ ਫੰਕਸ਼ਨਸ। ਸੋ ਲੈਟ ਅਸ ਗੈਟ ਸਟਾਰਟਿਡ। ਓਕੇ, ਸੈੱਲ Cell is the basic structural unit of an organ, like a brick of a building. ਜਿਹੜਾ ਸੈੱਲ ਹੈ ਬੱਚਿਓ ਉਹ ਫੰਡਾਮੈਂਟਲ ਬੇਸਿਕ ਦੀ ਜਗ੍ਹਾ ਤੇ ਫੰਡਾਮੈਂਟਲ ਲਿਖ ਸਕਦੇ ਹੋ, ਹੈ ਨਾ। ਬੇਸਿਕਲੀ ਮੁੱਢਲੀ ਮੇਨ ਸਟਰਕਚਰਲ ਯੂਨਿਟ, ਸਟਰਕਚਰਲ ਬਣੇ ਢਾਂਚੇ ਦੀ। ਐਂਡ ਐਗਜ਼ਾਮਪਲ ਕੀ ਹੈਗਾ, ਲਾਈਕ ਅ ਬ੍ਰਿਕ ਆਫ ਅ ਬਿਲਡਿੰਗ। ਤੁਸੀਂ ਇਹ ਸੋਚੋ ਕਿ ਜੇ ਕੋਈ ਬਿਲਡਿੰਗ ਹੈਗੀ ਹੈ, ਕੋਈ ਇਮਾਰਤ ਹੈਗੀ ਹੈ, ਚਾਹੇ ਸਕੂਲ ਹੋਏ, ਚਾਹੇ ਕੋਈ ਗੁਰਦੁਆਰਾ ਹੋਏ, ਮੰਦਿਰ ਹੋਏ, ਕੋਈ ਘਰ ਹੋਏ, ਹੈ ਨਾ, ਕੋਈ ਧਰਮਸ਼ਾਲਾ ਹੋਏ, ਐਨੀਥਿੰਗ, ਇਟ ਇਜ਼ ਮੇਡ ਆਫ ਬ੍ਰਿਕਸ ਐਂਡ ਸਮ ਅਦਰ ਮਟੀਰੀਅਲ। ਸੋ ਜਿਹੜਾ ਬਿਲਡਿੰਗ ਵਾਸਤੇ ਜੋ ਬ੍ਰਿਕ ਹੈ, ਇਸੇ ਤਰ੍ਹਾਂ ਸਾਡੀ ਬਾਡੀ ਲਈ, ਸਾਡੇ ਸਰੀਰ ਲਈ, ਆਰਗਨਸ ਲਈ ਸੈੱਲ ਹੈ, ਠੀਕ ਹੈ। ਸੋ ਸੈੱਲ ਇਜ਼ ਦੀ ਬੇਸਿਕ ਸਟਰਕਚਰ ਯੂਨਿਟ। ਜਿਸ ਤਰ੍ਹਾਂ ਬ੍ਰਿਕਸ ਤੋਂ ਬਿਨਾਂ ਬਿਲਡਿੰਗ ਨਹੀਂ ਬਣ ਸਕਦੀ, ਇਸੇ ਤਰ੍ਹਾਂ ਸੈੱਲ ਤੋਂ ਬਿਨਾਂ ਕੋਈ ਲਿਵਿੰਗ ਆਰਗੈਨਿਜ਼ਮ ਨਹੀਂ ਬਣ ਸਕਦਾ, ਠੀਕ ਹੈ। ਸੋ ਸੈੱਲਸ ਆਰ ਅਸੈਂਬਲਡ ਮਨੇ ਦੇ ਆਰ ਪੁੱਟ ਟੂਗੈਦਰ, ਇਕੱਠੇ ਕੀਤੇ ਜਾਂਦੇ ਨੇ, ਜਿਵੇਂ ਇੱਟਾਂ ਨੂੰ ਇਕੱਠੇ ਕਰਕੇ ਬਣਾਇਆ ਜਾਂਦਾ ਹੈ। ਸੋ ਸੈੱਲਸ ਆਰ ਅਸੈਂਬਲਡ ਟੂ ਮੇਕ ਦੀ ਬਾਡੀ ਆਫ ਐਵਰੀ ਆਰਗੈਨਿਜ਼ਮ ਲਾਈਕ ਬ੍ਰਿਕਸ ਆਰ ਅਸੈਂਬਲਡ ਟੂ ਮੇਕ ਅ ਬਿਲਡਿੰਗ। ਅਰਥਾਤ ਜਿਵੇਂ ਇੱਟਾਂ ਇਕੱਠੀਆਂ ਕਰਕੇ ਫਿਰ ਸਟੈਕ ਕਰਕੇ ਸਿਸਟਮ ਦੇ ਨਾਲ ਬਿਲਡਿੰਗ ਬਣਾਈ ਜਾਂਦੀ ਹੈ, ਇਸੇ ਤਰ੍ਹਾਂ ਸੈੱਲਸ ਜਿਹੜੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਆਰਗੇਨਾਈਜ਼ ਕਰਕੇ, ਮਤਲਬ ਕਿ ਅਸੀਂ ਨਹੀਂ ਕਰਦੇ, ਨੇਚਰ ਡਜ਼ ਇਟ। ਇਸੇ ਤਰ੍ਹਾਂ ਸੈੱਲਸ ਨੂੰ ਅਸੈਂਬਲ ਕਰਕੇ ਬਾਡੀ ਜਿਹੜੀ ਹੈ ਲਿਵਿੰਗ ਆਰਗੇਨਿਜ਼ਮ ਉਹ ਬਣਦਾ ਹੈ। ਦੋ ਮੈਨੇ ਹਾਲਾਂਕਿ ਬਿਲਟ ਆਫ ਸੇਮ ਬ੍ਰਿਕਸ ਬਿਲਡਿੰਗਸ ਡਿਫਰ ਇਨ ਡਿਜ਼ਾਈਨਸ ਸ਼ੇਪਸ ਐਂਡ ਸਾਈਜ਼ਸ। ਕਹਿੰਦੇ ਹਾਲਾਂਕਿ ਸਾਰੀਆਂ ਇਮਾਰਤਾਂ, ਸਾਰੀ ਬਿਲਡਿੰਗਾਂ ਇੱਕੋ ਜਿਹੀ ਇੱਟਾਂ ਤੋਂ ਬਣੀਆਂ ਹੁੰਦੀਆਂ, ਬ੍ਰਿਕ ਮਨੇ ਇੱਟ, ਇੱਕੋ ਜਿਹੀ ਇੱਟਾਂ ਤੋਂ ਬਣੀਆਂ ਹੁੰਦੀਆਂ, ਬਟ ਸਟਿਲ ਦੇ ਲੁੱਕ ਡਿਫਰੈਂਟ। ਦੇ ਲੁੱਕ ਡਿਫਰੈਂਟ ਇਨ ਡਿਜ਼ਾਈਨ, ਸ਼ੇਪ ਐਂਡ ਸਾਈਜ਼। ਉਹਨਾਂ ਦਾ ਡਿਜ਼ਾਈਨ ਕੀ ਹੈਗਾ, ਰੰਗ ਰੂਪ ਕੀ ਹੈਗਾ, ਉਹਦਾ ਆਕਾਰ ਕੀ ਹੈਗਾ, ਹੈ ਨਾ, ਉਹਦੀ ਵਾਲੀ ਸ਼ੇਪ ਕਿਸ ਤਰ੍ਹਾਂ ਦੀ ਹੈ। ਹਰ ਬਿਲਡਿੰਗ ਦੀ ਵੱਖਰੀ ਹੁੰਦੀ ਹੈ, ਪਰ ਸਾਰੀਆਂ ਬਿਲਡਿੰਗਾਂ ਉਸੇ ਇੱਟਾਂ ਦੀਆਂ ਬਣੀਆਂ ਹੁੰਦੀਆਂ। ਕਹਿੰਦੇ ਸਿਮਿਲਰਲੀ ਉਸੇ ਤਰ੍ਹਾਂ ਇਨ ਦੀ ਲਿਵਿੰਗ ਵਰਲਡ, ਜੋ ਸਾਡਾ ਜੀਂਦਾ ਜਾਗਦੀ ਦੁਨੀਆ ਹੈ, ਜਿਸ 'ਚ ਪਸ਼ੂ ਪੰਛੀ ਨੇ, ਜਾਨਵਰ ਨੇ, ਕੀੜੇ ਮਕੌੜੇ ਨੇ, ਆਰਗੈਨਿਜ਼ਮਸ ਡਿਫਰ ਫਰੋਮ ਵਨ ਅਨਦਰ। ਸਾਰੇ ਆਰਗੈਨਿਜ਼ਮਸ, ਸਾਰੇ ਜਿਹੜੇ ਜਾਨਵਰ, ਪੰਛੀ, ਇੱਕ ਦੂਜੇ ਤੋਂ, ਇਨਸਾਨ, ਜਾਨਵਰ, ਜੋ ਮਰਜ਼ੀ ਕਰ ਲਓ, ਜਿੰਨੇ ਵੀ ਜੀਵ ਜੰਤੂ ਨੇ ਉਹ ਸਾਰੇ ਇੱਕ ਦੂਜੇ ਤੋਂ ਅਲੱਗ ਨਜ਼ਰ ਆਉਂਦੇ ਨੇ, ਸ਼ੇਪ ਵਿੱਚ, ਆਕਾਰ ਵਿੱਚ, ਰੰਗ ਰੂਪ ਵਿੱਚ, ਆਦਤਾਂ ਵਿੱਚ, ਬਟ ਦੇ ਆਰ ਆਲ ਮੇਡ ਅਪ ਆਫ ਸੈੱਲਸ। ਜਿਸ ਤਰ੍ਹਾਂ ਸਾਰੀਆਂ ਬਿਲਡਿੰਗਾਂ ਜਿਹੜੀਆਂ ਨੇ, ਸਾਰੀਆਂ ਇਮਾਰਤਾਂ ਛੋਟੀਆਂ ਵੱਡੀਆਂ, ਹੈ ਨਾ, ਪੁਰਾਣੀਆਂ ਨਵੀਆਂ, ਸਾਰੀਆਂ ਇੱਟਾਂ ਤੋਂ ਬਣੀਆਂ ਨੇ, ਇਸੇ ਤਰ੍ਹਾਂ ਆਲ ਆਰਗੈਨਿਜ਼ਮਸ ਆਰ ਮੇਡ ਅਪ ਆਫ ਸੈੱਲਸ, ਠੀਕ ਹੈ। ਹਾਊਐਵਰ ਸੈੱਲਸ ਅਨਲਾਈਕ ਬ੍ਰਿਕਸ ਆਰ ਕੰਪਲੈਕਸ ਲਿਵਿੰਗ ਸਟਰਕਚਰਸ। ਪਰ ਫਰਕ ਇੰਨਾ ਹੈ, ਜਿਹੜੀ ਬ੍ਰਿਕਸ ਹੈਗੀਆਂ ਉਹਨਾਂ 'ਚ ਜਾਨ ਨਹੀਂ ਹੈਗੀ, ਪਰ ਸੈੱਲਸ ਵਿੱਚ ਜਾਨ ਹੈਗੀ ਹੈ। ਸੋ ਦਿਸ ਇਜ਼ ਦੀ ਡਿਫਰੈਂਸ। ਫਸਟ ਥਿੰਗ ਯੂ ਹੈਵ ਟੂ ਕੀਪ ਇਨ ਮਾਈਂਡ ਕਿ ਦੋ ਵੀ ਆਰ ਟੇਕਿੰਗ ਐਨ ਐਗਜ਼ਾਮਪਲ ਆਫ bricks are lifeless objects, they don't have any life, but these cells are complex में simple नहीं है, गुंझलदार, complicated, मतलब इतना आसान नहीं है। they are complex living structures, ठीक है ना। वो जीने जागदे ने, इन्हां च लाइफ हैगी है।
आओगे चलिए ओके फिर अगे है दो मोस्ट सेल्स कैन बी सीन ओनली थ्रू अ माइक्रोस्कोप होंगे बच्चों विच हैल्प्स यू टू सी थिंग्स विच यू कैन नॉट सी विद योर नेकेड आई जी नेकेड आई होंगी बच्चों सिर्फ अख के नाल देखना अख के नाल टीवी नज़र आ रहा अख नाल तारे नज़र आ रहे हैं अख के नाल पेड़ नज़र आ रहे हैं पर ਜਿਹੜੇ ਪਾਣੀ ਦੇ ਵਿੱਚ ਨਿੱਕੇ ਨਿੱਕੇ ਜਰਮਸ ਹੈਗੇ ਨੇ ਉਹ ਮੈਨੂੰ ਨਜ਼ਰ ਨਹੀਂ ਆ ਰਹੇ ਉਹ ਮੈਨੂੰ ਕਿਸ ਤਰ੍ਹਾਂ ਨਜ਼ਰ ਆਣਗੇ ਉਹ ਮੈਨੂੰ ਮਾਈਕਰੋਸਕੋਪ ਦੇ ਨਾਲ ਨਜ਼ਰ ਆਣਗੇ ਬਿਕੋਜ਼ ਮਾਈਕਰੋਸਕੋਪ ਮੈਗਨੀਫਾਈਜ਼ ਦੀ ਆਬਜੈਕਟਸ ਠੀਕ ਹੈ ਨਾ ਇਟ ਮੇਕਸ ਦੀ ਆਬਜੈਕਟਸ ਮੈਨੀ ਟਾਈਮਸ ਬਿਗਰ ਉਹ ਇੱਕ ਇੰਸਟਰੂਮੈਂਟ ਹੁੰਦਾ ਤੁਸੀਂ ਦੇਖਿਆ ਹੋਣਾ ਤੁਹਾਡੇ ਸਕੂਲ ਵਿੱਚ ਹੋਏਗਾ ਸੋ ਅਸੀਂ ਇਹਨੂੰ ਪੰਜਾਬੀ 'ਚ ਕਹਿੰਦੇ ਆ ਖੁਰਦਬੀਨ ਮਤਲਬ ਕਿ ਖੁਰਦ ਹੁੰਦਾ ਛੋਟਾ ਤੇ ਬੀਨ ਬਣੇ ਹੁੰਦਾ ਦੇਖਣਾ ਸੋ ਦੋ ਮੋਸਟ ਸੈਲਸ ਹਾਲਾਂਕਿ ਜ਼ਿਆਦਾ ਸਾਰੇ ਸੈੱਲ ਜਿਹੜੇ ਨੇ they can be seen only through microscope तो देखे जा सकते हैं but the egg of a hen represents a single cell and is big enough to be seen by unaided मैंने बच्चों aided मैंने help लैके unaided बिना help ले सो aided असी क्या करने aided आई केड़ी हो गई जड़ी कोई ऐनक दी एड ले रही है या किसी माइक्रोस्कोप दी एड ले रही है सो unaided आई दा मतलब है सेम एज नेकेड आई तुसी ऐ समझ लो कि अख दे नाल कोई तुसी होर एक्स्ट्रा चीज़ नहीं यूज़ कर रहे देखने ਲਈ सो कहते हालांकि मोस्ट ऑफ दी सेल्स आर वेरी माइन्यूट दे कैन बी सीन ओनली विद अ माइक्रोस्कोप बट द एग ऑफ अ hen इज़ वन एग्जांपल वेयर वी कैन से एग इज़ अ सेल एंड इट कैन बी सीन विद द नेकेड आई असी अपनी अख दे नाल रोज़ देखते हैं भी अंडा कितना वड्डा होंदा है ना वो सानू साफ नज़र आ जाता है सो एग इज़ आल्सो अ सेल ठीक है अगे चलिए ह्यूमन बॉडी हैज़ ट्रिलियंस ऑफ सेल्स which vary in shapes and sizes साडा जिहड़ा शरीर है ह्यूमन बॉडी है बच्चों इच ट्रिलियंस ऑफ सेल ट्रिलियंस पता कितने होंदे ने हाउ मेनी जीरोज आर देयर इन ट्रिलियंस इन 1000 देयर आर 3 जीरोज इन 1 मिलियन देयर आर 6 जीरोज मिलियन तो बाद आ जाता है बिलियन विच हैगियां 9 जीरोज ते ट्रिलियन विच 3 होर जोड़ दो 12 जीरोज तो एक लिख के अगे तुसी 12 जीरोज लगा दो तो इट बिकम्स 1 ट्रिलियन सो वी कैन से 1 ट्रिलियन इज 1000 billion and 1 billion is 1000 million and 1 million is 1000 देखो बच्चे इस तरह पढ़ना है असी देखो बायोलॉजी पढ़ रहे हैं पर नाल दे नाल साडा जो मैथमैटिकल कॉन्सैप्ट है वो भी क्लीयर हो जा रहा है सो इस तरह पढ़ना है मज़ा लैके आनंद लैके समझ के ठीक है सो ट्रिलियन मीन्स बच्चों याद रखो फर्स्ट कम्स 1000 3 जीरोज देन कम्स मिलियन 3 + 3 then 6 zeros आफ्टर मिलियन कम्स बिलियन 6 + 3 9 zeros यू कीप एडिंग 3 ठीक है फिर बिलियन तो बाद जाना ट्रिलियन सो 9 + 3 = 12 zeros बड़ा आसान है 3 जमा 3 6 जमा 3 9 9 जमा 3 12 1000 मिलियन फिर अगर बिलियन फिर अगर ट्रिलियन दैट्स ऑल सो सिंपल है ना सो ह्यूमन बॉडी हैज़ ट्रिलियंस ऑफ सेल्स विच वेरी मैंने चेंज अलग अलग वैरायटी दे शेप विच भी ते साइज विच भी different groups of cells perform a variety of functions ਹੁਣ ਬੱਚੋ ਕਈ ਤਰ੍ਹਾਂ ਦੇ ਸੈੱਲ ਨੇ ਕਈ ਸ਼ੇਪਸ ਨੇ ਕਈ ਸਾਈਜ਼ਸ ਨੇ ਤੇ ਅਲੱਗ-ਅਲੱਗ ਸੈੱਲ ਜਿਹੜੇ ਨੇ ਉਹ ਅਲੱਗ-ਅਲੱਗ ਕੰਮ ਕਰਦੇ ਨੇ ਦੇ perform a variety of functions different cells have different shapes related to specific functions performed by them ਹੁਣ ਇਹਦਾ ਵੀ ਪਤਾ ਲੱਗਦਾ ਕਿ ਜਿਹੜੀ ਸ਼ੇਪ ਹੈਗੀ ਹੈ ਸੈੱਲ ਦੀ ਉਹ ਇਹ ਤੇ ਡਿਪੈਂਡ ਕਰਦੀ ਹੈ ਕਿ ਉਹ ਸੈੱਲ ਨੇ ਕਿਸ ਟਾਈਪ ਦਾ ਕੰਮ ਕਰਨਾ ਹੈ ਸੋ it means different cells have different shapes according to the specific functions performed by them फिर कहते किहड़ी शेप हो सकती दे मे बी राउंड गोल हो सकते हैं सफेरिकल दे मे बी गोलाकार है ना एक तो राउंड हो सकते हैं जिदा फ्लैटन कह लो जिदा रोटी होंगी डिस्क टाइप हो सकते हैं दे कैन बी सफेरिकल लाइक अ बॉल लाइक एन एग है ना फिर दे कैन बी इलोंगेटेड होंगे लंबा जिदा घीया होंगी है या खीरा होंगे है ना खीरा इलोंगेटेड लंबा खिंचिया होया दे कैन बी ब्रांचड और हम जो ब्रांच बने होंगे एक पेड़ लै लो वो जो कितनी ब्रांचा निकली होंगी एक मेन तना होंगे फिर इधरों ब्रांच गई इधरों ब्रांच गई इधरों ब्रांच गई इधरों ब्रांच गई है ना सो दे कुड बी ब्रांच्ड एंड पॉइंटेड एट बोथ एंड्स जिदा करेला होंगे देखो हम करेला पॉइंटेड होंगे खीरा राउंडेड होंगे दोनों एंड से इलोंगेटेड तो जोड़ा अपना करेला होंगे इट इज़ पॉइंटेड एट बोथ द एंड्स सो दे कुड बी पॉइंटेड एट बोथ एंड्स सो दस्से भी दीज आर दी डिफरेंट शेप्स इन विच वी मे इनकाउंटर दी सेल्स आओगे चलिए हूँ फिर कहते बच्चों स्मॉलर ऑर्गेनिजम्स हैव स्मॉलर नंबर ऑफ सेल्स है तो बच्चों नैचुरल गल हैगी है अगर छोटी बिल्डिंग होएगी तो घट इट्टां लगणगियां वड्डी बिल्डिंग होएगी तो ज़्यादा इट्टां लगणगियां है ना इट्स अ सिंपल लॉजिक सो स्मॉलर ऑर्गेनिजम्स हैव स्मॉलर नंबर ऑफ सेल्स
बट विदाउट अफेक्टिंग देयर फंक्शनिंग। उन्हें फंक्शन का भी फर्क नहीं होंदा प्यारे बच्चों। हुण देखो मेरे को एक बड़ी वड्डी बिल्डिंग है, मेरे को 2000 गज की कोठी हैगी है ना, वो बड़ियां इट्टां लगियां, पर जिसले मैं रोटी खानी हो तो मैं एक जगह पर बैठ के रोटी खानी है, वो मैं रोटी जी है जे मेरे को 80 गज का घर है मैं उस बैठ के भी खा सकदा। 2000 गज की जी कोठी है मैं उस भी सौ सकदा, जोड़ा 100 गज का मकान है मैं उस भी सौ सकदा है ना, मैं उस भी बैठ के पढ़ सकदा, उस भी बैठ के पढ़ सकदा। वो भी जी 100 गज की घर है वो भी मैनू धुप तो मीह तो बचाता है, तो जी 2000 गज की कोठी है वो भी मैनू मीह तो और बारिश तो और धुप तो बचाती है। सो फंक्शन तो फर्क नहीं पिया ना बच्चों, मतलब कि चाहे वो 2000 गज की कोठी सी चाहे वो 100 गज का मकान सीगा, दोनों ने एको फंक्शन किया, दोनों ने हवा तो अपना हनेरी तो धुप तो अपना की कहते मीह तो तुहानू प्रोटैक्शन दी, तो तुसी अपना जो खाना पीना सोना काम करना सारे काम कर सके। इसी तरह बच्चों स्मॉलर ऑर्गेनिजम्स हैव स्मॉलर नंबर ऑफ सेल्स बट इट डज नॉट अफेक्ट देयर फंक्शनिंग। ठीक है, यह पहली गल इंपॉर्टेंट है, मतलब कि नाल दे नाल सारी गल्लां तुसीं दिमाग 'च बैठाई जाओ। आई एम ट्राइंग टू एक्सप्लेन इन एज सिंपल मैनर एज इज़ पॉसिबल फॉर मी। ठीक है, सो ऑर्गेनिज्म विद बिलियंस ऑफ सेल्स बिगिनस लाइफ एज अ सिंगल सेल। देखो बच्चों सीधी गल है, हुण बिल्डिंग सदी इदा बना के खड़ी तो नहीं कर देंगे, जिसले असीं बिल्डिंग शुरू करते हैं तो पहली इट रखते कि नहीं रखते, पहली इट रखी फिर दूजी इट रखी फिर तीजी रखी फिर चौथी रखी तो फिर बिल्डिंग बनती है। इसी तरह बच्चों एक जड़ा ऑर्गेनिज्म है जिस बिलियंस ऑफ सैल्स हो ट्रिलियंस ऑफ सैल हो, वो कहानी कितों शुरू होती है, वो कहानी शुरू होती है सिंगल सैल तो। The life of that organism which may be having billions and trillions of cells will start its life with a single cell। ठीक है, which is fertilized egg। तो सिंगल सेल होंदा की है, उन्होंने क्या जाता है फर्टिलाइज्ड एग, याद रखो टर्म फर्टिलाइज्ड एग। सो दैट सिंगल सेल विच स्टार्ट्स द लाइफ इज नोन एज फर्टिलाइज्ड एग। फिर की होंदा है द फर्टिलाइज्ड एग दैन मल्टीप्लाइज, इट मल्टीप्लाइज इटसेल्फ, नेचर ने सिस्टम बनाया इस तरह का। द फर्टिलाइज्ड एग मल्टीप्लाइज एंड इंक्रीजेज इन नंबर एज डेवलपमेंट टेक्स प्लेस। जिमें जिमें ऑर्गेनिज्म की डेवलपमेंट होंदी है उसी तरह फर्टिलाइज्ड एग जड़ा है इट मल्टीप्लाइज इटसेल्फ, एक तो दो, दो तो चार, चार तो 8, 8 तो 16, 16 तो 32, इस तरह नंबर जड़े ने वो वधदे जांदे ने। ठीक है, आओ अगे चलिए। ओके, हुण बच्चों सैल वाज डिस्कवर्ड फर्स्ट इन 1665। हाँ देखो ना 1699 गुरु साहब ने, गुरु गोबिंद सिंह ने खालसा साजिया सी। सो दे लागे शागे की गल है, देख लो मतलब इंडिया हाले कितने सी ते वो यूके ऑलरेडी यह कम हो रहे थे। सो ही वॉज अ यूके साइंटिस्ट, यूके का साइंटिस्ट ही शायद। सैल वाज डिस्कवर्ड इन 1665 बाय रॉबर्ट हुक, वह नाम सी रॉबर्ट हुक। किस तरह से डिस्कवर किया उन्हें बच्चों, वाइल ऑब्जर्विंग स्लाइसिस ऑफ कॉर्क अंडर अ माइक्रोस्कोप। उन्हें की किया, कॉर्क होंदा है जो एक पेड़ होंदा है, एक रुख होंदा है, उसकी जो बार्क होंदी है, बारली कवरिंग होंदी है, वह एक हिस्सा होंदा है, उधरों कॉर्क बनता है। हुण प्लांट तो लिविंग बॉडी है ना, पर कॉर्क जिहड़ा है वो फिर डैड हो जाता है, पर सैल से रहिंदे ने ना। तो उन्हें की किया, कॉर्क के स्लाइस ले, उन्होंने माइक्रोस्कोप के अंदर देखा तो उन्हें तद सैल देखे, तद पता लगा भी सैल नाम की कोई चीज़ होंदी है। सो दी वर्ड द नेम सैल वाज गिवन बाय रॉबर्ट कुक हिमसेल्फ। ठीक है, सो यह नाम उन्हें दिता सीगा एंड ही वाज द फर्स्ट वन टू डिस्कवर दी सैल। ओके, सैल्स में भी एज स्मॉल एज अ माइक्रोमीटर। हुण बच्चों माइक्रोमीटर की होंदा है, जिहदा बच्चों सेंटीमीटर होंदा है 1/100 मीटर, मिलीमीटर होंदा है 1/1000 मीटर, तो माइक्रोमीटर होंदा है 1/10 लाख मीटर, या 1/मिलियन मीटर, या 1 × 10⁻⁻⁶ मीटर, यानी करो 1 मिलियंथ, अर्थात 1 मीटर का 10 लखवां हिस्सा, 1 मीटर के 10 लाख हिस्से कर दो तो एक हिस्सा है दैट विल बी नोन एज माइक्रोमीटर। सो कहते सैल इन्ने छोटे हो जाते हैं। हुण बच्चों माइक्रोमीटर तो सानू नंगी अख दे नाल नज़र नहीं आएगा, वी कैन नॉट सी विद नेकेड आई, सो वी नीड अ माइक्रोस्कोप टू सी सच स्मॉल आइटम्स। ठीक है, सो सेल्स मे बी एज स्मॉल एज अ माइक्रोमीटर और एज लार्ज एज अ फ्यू सेंटीमीटर्स। पर जरूरी नहीं सारे सैल इस तरह होंगे ने। तो पहले स्टार्टिंग एक मुर्गी के अंडे का एग्जाम्पल दिता, वी हैव गिवन एग्जाम्पल ऑफ हैंस एग, दैट इज ऑल्सो अ cell but it is quite big and we can see it with our naked eyes. However most cells are microscopic, पर कहते ज़्यादातर सेल मतलब कि ज़्यादा गिनती सेल्स की जी है वो माइक्रोस्कोपिक है। माइक्रोस्कोपिक मीनस माइक्रो इन दी रेंज ऑफ मिलियंस, तो माइक्रोस्कोप नाल ही नज़र आती है
एंड कैन नॉट बी सीन विद नेकेड आई। ठीक है, नंगी अख नाल नहीं देखा जा सकता। नंगी अख मीनस अख के उत्ते तुसीं कोई होर एक्सट्रा चीज़ नहीं लगा रहे, माइक्रोस्कोप नहीं लगा रहे, टैलीस्कोप नहीं लगा रहे, एनक नहीं लगा रहे, उन्होंने क्या जाता नेकेड आई या अनएडिड आई। ठीक है, दी स्मॉलेस्ट सैल जोड़ा सब तो छोटा सैल है बच्चों जो अज तक साइंस ने देखा है, दैट इज़ 0.1 to 0.5 माइक्रोमीटर। मतलब एक माइक्रोमीटर तो भी होर थले हो गया। मतलब 0.1 मीनस इट इज़ 1/10 ऑफ अ माइक्रोमीटर, 0.5 मीनस इट्स 1/2 ऑफ अ माइक्रोमीटर। और कितने मिलता है वो सैल, कितने देखने को मिलता है, बैक्टीरिया दे विच, इट इज़ फाउंड इन बैक्टीरिया। तो जो लार्जेस्ट सैल है वो भी देख लीजिए, द लार्जेस्ट सैल इज़ द एग ऑफ एन ऑस्ट्रिच मेजरिंग 17 सेंटीमीटर इंटू 13 सेंटीमीटर। बल्ले बल्ले बल्ले, या तो 1-2 फुट तो ऊपर हो गया। यू नो बच्चों व्हाट इज ऑस्ट्रिच? ऑस्ट्रिच इज द लार्जेस्ट बर्ड फाउंड ऑन द अर्थ। इट्स एन अफ्रीकन बर्ड एंड इट इज़ अ फ्लाइटलैस बर्ड। यह बड़ी तेज दौड़ तो सकता है पर उड़ नहीं सकता, इस करके कहते फ्लाइटलैस बर्ड, इट कैन नॉट फ्लाई। तो सब तो वड्डा सैल जोड़ा है बच्चों वो ऑस्ट्रिच का अंडा होंगे। है वर्ड याद कर लो, ऑस्ट्रिच। आ सकता है क्वेश्चन एक अद्धा, एक नंबर का, अद्धे नंबर का। विच इज़ द लार्जेस्ट सेल, है ना। तो कहो द लार्जेस्ट सेल इज द एग ऑफ एन ऑस्ट्रिच। आओ आगे चलिए। ओके, हुण अगली थोड़ी गल आ गई बच्चों साइज दी। द साइज ऑफ द सेल्स इज नॉट रिलेटेड टू द साइज ऑफ द बॉडी ऑफ द एनीमल और प्लांट। हाँ, यह बड़ी इंपॉर्टेंट गल है। ਅਸੀਂ ਇਹ नहीं कह सकते हाथी ਵੱਡਾ है तो वो सैल ਵੱਡੇ होणगे, तो कोई चूहा छोटा है तो वो सैल छोटे होणगे। नो, द साइज ऑफ द सैल्स इज़ नॉट कनैक्टेड विद द साइज ऑफ द बॉडी ऑफ द एनीमल। यह गल बड़ी इंपॉर्टेंट है, इन दिमाग च रख लो अच्छी तरह। ठीक है बच्चों, इट इज़ नॉट नैसेसरी दैट द सैल्स इन द एलीफेंट बी मच बिगर दैन दोज इन अ रैट। यह जरूरी नहीं है। फिर किहदे ते डिपेंड करता है, यह भी पता होना चाहिए। जो साइज से डिपेंड नहीं करता भाजी, फिर कितने डिपेंड करता है, यह भी तो दस दो ना। चलो दस दें। द साइज ऑफ द सैल इज़ रिलेटेड टू इट्स फंक्शन। वो सैल ने कम किहड़ा करना है भाई, यह उत्ते डिपेंड करता है। हाँ, एवं नहीं। सो द साइज ऑफ द सैल इज़ रिलेटेड टू इट्स फंक्शन। फॉर एग्जाम्पल भी देता हूँ, देखो नर्व सैल्स जोड़े है ने, नर्व सैल्स दे आर लाइक बच्चों टेलीफोन एक्सचेंज। जो टेलीफोन एक्सचेंज होती है ना, टेलीफोन एक्सचेंज, इस तरह साढ़े नर्व सैल्स दे आर लाइक टेलीफोन एक्सचेंज। कहते चाहे वो हाथी हो, बोथ इन द एलीफेंट एंड रैट आर लॉन्ग एंड ब्रांचड। चाहे चूहे के सैल ले लो नर्व सैल, चाहे हाथी के नर्व सैल ले लो, वो दोनों लंबे भी होणगे तो ब्रांचड भी होणगे। लंबे जो पेड़ नहीं होंदा, पेड़ दी टाणियां ब्रांचिस निकलियां होंदियां उस तरह होणगे। एंड दे परफॉर्म द सेम फंक्शन, चाहे वो हाथी है चाहे वो रैट है। और उन्होंने फंक्शन की है बच्चों, नर्व सैल का फंक्शन है रिसीविंग एंड ट्रांसमिटिंग दी मैसेजेस। टेलीफोन एक्सचेंज की करती है, वही गल उन्हें कराती तो वही गल उन्हें कराती, है ना। टेलीफोन एक्सचेंज में मैसेज जोड़े ने ट्रांसफर होंगे हैं। सो टेलीफोन एक्सचेंज हैल्प्स इन रिसीविंग दी मैसेजेस एंड डिलीवरिंग दी मैसेजेस, ट्रांसमिटिंग दी मैसेजेस। ठीक है, सो नर्व सैल्स दे ट्रांसमिट एंड रिसीव दी फंक्शंस। मैं हथ दे नाल बोतल चक्की, पानी की बोतल चक्की, यह मैसेज किधरों गया, यह मैसेज मेरे ब्रेन ते गया तो उन्हें मेरी मसल नूं यूज़ किया। सो यह सारा बड़ी क्विक, बड़ी फास्ट टेलीफोन एक्सचेंज है नर्व सैल्स की साडी बॉडी में। ठीक है बच्चों, सो आओ देखिए हम। सो बच्चों दिस वाज ऑल अबाउट सैल। मैं कोशिश की कि सारे चैप्टर में सैल के नाल सारी गल्लां जुड़ियां पा दित्तियां होण। तो जे तुसीं 6 स्लाइड कर लो तो तुहाडा सैल बारे सारा पूरा एक जिहड़ा पैराग्राफ है इहनूं याद कर लो। तो मेरा ख्याल नहीं इस तो अलावा भी कोई क्वेश्चन जिहड़ा है तुहाडी 8th क्लास में सैल के नाल जुड़िया आ सकता है। ठीक है, हुण अगली गल आ गई बच्चों सैल मैमब्रेन। हुण सैल मैमब्रेन भी चाहिए बच्चों, बिल्डिंग तो बना ली है ना, तो प्लस्तर कन्ने करना भाजी, प्लस्तर भी तो करो ना, है ना, ताई तो बिल्डिंग प्रोटैक्टिड रहेगी। सो बच्चों जिस तरह मान लो तुम एग्जाम्पल ले लो, सिर्फ एग्जाम्पल है समझने लिए। जो बिल्डिंग खड़ी करती बाद चो असीं प्लस्तर लगा देंगे, है ना, प्लस्तर का उत्ते सफेदी कर देंगे। सो इस तरह सैल की एक झिल्ली एक परत होंदी है मैमब्रेन। मैमब्रेन इज़ अ वेरी थिन लेयर। ठीक है, सो द मैमब्रेन ऑफ अ सेल इनक्लोजिंग द साइटोप्लाज्म एंड न्यूक्लियस विद इन द सेल इज नोन एज सेल मैमब्रेन। साइटोप्लाज्म और न्यूक्लियस अगे आएगा, सो डोंट वरी अबाउट इट। अगली स्लाइडा में ये बारे भी जिक्र करांगे। तुसीं यह कह लो कि जिस तरह घर नूं बाहरों वॉल ने ढकिया हुंदा है, इसी तरह जो सैल के अंदर का सारा समान है इट इज़ इनक्लोज्ड, इनक्लोज मीन कवर्ड इंटायरली फ्रॉम ऑल द साइड्स बाय अ लेयर, एंड इट इनक्लोजेज व्हाट, इट इनक्लोजेज साइटोप्लाज्म एंड इट इनक्लोजेज द न्यूक्लियस विद इन द सेल, एंड इट इज़ नोन एज सैल मैमब्रेन। इनू सैल मैमब्रेन कहा जाता है।
इट इज़ आल्सो नोन एज प्लाज्मा मैम्ब्रेन। हुण बच्चों ये भी गल तुसीं नोट कर लो, मतलब कि दिस मैम्ब्रेन हैज़ गॉट टू नेम्स, इनू सैल मैम्ब्रेन कह लो चाहे प्लाज्मा मैम्ब्रेन कह लो, इक्को गल है। तो इस गल तो घबराना नहीं है भी असीं सैल मैम्ब्रेन पढ़िया सी प्लाज्मा मैम्ब्रेन आ गया, इक्को ही चीज़ है। द सेम थिंग हैज़ गॉट टू नेम्स, सैल मैम्ब्रेन एज वेल एज प्लाज्मा मैम्ब्रेन। फिर कहते हैं दी मैम्ब्रेन सैपरेट्स सैल्स फ्रॉम वन अनदर एंड आल्सो दी सैल फ्रॉम दी सराउंडिंग मीडियम। हुण सैल भी बच्चों किसी मीडियम में हैगे ने, एक तो लेयर की करती है, दूजा जिहड़ा सैल है वो तो सैपरेट कर देंदी है, तो जिस मीडियम में सैल है वो तो सैपरेट करती है। सो दिस मैम्ब्रेन वट डज इट डू, इट सैपरेट सैल्स फ्रॉम अनदर सैल एंड आल्सो दी सैल फ्रॉम दी सराउंडिंग मीडियम, यह काम करती है। तो दूजा काम की है, दी मैम्ब्रेन इज पोरस। पोरस मैंने बच्चे पता की होंगे है, ਜਿਹਦੇ ਵਿੱਚੋਂ ਦੀ ਹਵਾ ਜਾਂ ਲਿਕੁਇਡ ਜਾ ਸਕੇ ਆਰ ਪਾਰ। ਜਿਵੇਂ ਤੁਸੀਂ ਕੱਪੜਾ ਲੈ ਲਓ, ਉਹ ਕੱਪੜਾ ਬੜਾ ਸਮੂਥ ਲੱਗ ਰਿਹਾ, ਪਰ ਤੁਸੀਂ ਇਹਦਾ ਕੱਪੜਾ ਫੜ ਲਓ ਦੋ ਬੰਦੇ, ਜਿਹਦਾ ਪੱਗ ਹੈਗੀ ਹੈ ਨਾ, ਪਗੜੀ ਹੈਗੀ, ਪੱਗ ਹੈਗੀ, ਉਹ 'ਤੇ ਤੁਸੀਂ ਪਾਣੀ ਪਾਓ ਤੇ ਥੱਲੋਂ ਦੀ ਪਾਣੀ ਚੋਣ ਲੱਗ ਜਾਏਗਾ। ਤੇ ਉਹ ਪੱਗ ਵੈਸੇ ਸਾਨੂੰ ਫਲੈਟ ਲੱਗ ਰਹੀ ਹੈ, ਪਰ ਉਹ 'ਚ ਬੜੇ ਬਰੀਕ ਬਰੀਕ ਛੇਕ ਹੈਗੇ ਨੇ। ਪੱਗ ਤੇ ਅਲੱਗ ਹੀ ਸਾਨੂੰ ਨਜ਼ਰ ਆ ਜਾਂਦੇ ਨੇ, ਜਿਵੇਂ ਪੱਗ ਦੇ ਟੁਕੜੇ ਨੂੰ ਲਾਈਟ ਦੇ ਅੱਗੇ ਰੱਖਾਂਗੇ ਉਹਨੂੰ ਛੇਕ ਨਜ਼ਰ ਆਉਣਗੇ, ਪਰ ਬੱਚੋ ਜਿਹੜੀ ਇਹ ਮੈਂਬਰੇਨ ਹੈ ਇਹਦੇ ਜਿਹੜੇ ਛੇਕ ਨੇ, ਪੋਰਸ ਨੇ, ਬਹੁਤ ਬਰੀਕ ਹੁੰਦੇ ਨੇ, ਦੇ ਆਰ ਵੈਰੀ ਫਾਈਨ। ਸੋ ਜਿਹਦੇ ਵਿੱਚ ਛੇਕ ਹੋਣ ਉਹਨੂੰ ਕਿਹਾ ਜਾਂਦਾ ਹੈ ਪੋਰਸ, ਥਰੂ ਵਿਚ ਫਲੂਇਡਸ ਕੈਨ ਪਾਸ, ਥਰੂ ਵਿਚ ਏਅਰ, ਗੈਸ ਔਰ ਲਿਕੁਇਡ ਕੈਨ ਪਾਸ, ਉਹਨੂੰ ਕਿਹਾ ਜਾਂਦਾ ਹੈ ਪੋਰਸ। ਮੈਂ ਨਾਲ ਬੱਚੋ ਦੇਖੋ ਤੁਹਾਡੇ ਕਨਸੈਪਟ ਇੰਗਲਿਸ਼ ਦੇ ਜਿਹੜੇ ਗੱਲਾਂ ਨੇ ਉਹ ਵੀ ਕਲੀਅਰ ਕਰੀ ਜਾ ਰਹੇ ਹਾਂ, ਅਸੀਂ ਰੱਟਾ ਨਹੀਂ ਲਗਾਉਣਾ, ਸਮਝ ਕੇ ਕਰਨਾ ਹੈ, ਠੀਕ ਹੈ ਨਾ। ਸੋ ਦੀ ਮੈਂਬਰੇਨ ਇਜ਼ ਪੋਰਸ ਐਂਡ ਅਲਾਉਜ਼ ਬੋਥ ਦੀ ਇਨਵਰਡ ਐਂਡ ਆਊਟਵਰਡ ਮੂਵਮੈਂਟ ਆਫ ਸਬਸਟੈਂਸਿਸ ਔਰ ਮਟੀਰੀਅਲਸ। ਇਹਦੇ ਨਾਲ ਕੀ ਹੁੰਦਾ ਬੱਚੋ, ਜੋ ਸਿਟੋਪਲਾਜ਼ਮ ਹੈਗਾ ਜਾਂ ਨਿਊਕਲੀਅਸ ਹੈਗਾ, ਉਹਦੇ ਅੰਦਰਲਾ ਜਿਹੜਾ ਕੋਈ ਚੀਜ਼ਾਂ ਹੈਗੀਆਂ ਉਹ ਸੈੱਲ ਤੋਂ ਬਾਹਰ ਜਾ ਸਕਦੀਆਂ, ਤੇ ਇਸੇ ਤਰ੍ਹਾਂ ਸੈੱਲ ਦੇ ਬਾਹਰ ਜਿਹੜਾ ਸਰਾਊਂਡਿੰਗ ਮੀਡੀਅਮ ਹੈ ਉਹਦੇ ਵਿੱਚੋਂ ਕੁਝ ਚੀਜ਼ਾਂ ਸੈੱਲ ਦੇ ਅੰਦਰ ਆ ਸਕਦੀਆਂ, ਨਿਊਟ੍ਰੀਐਂਟਸ ਹੈਗੇ ਨੇ, ਫਲੂਇਡਸ ਹੈਗੇ ਨੇ, ਬੜੀ ਸਾਰੀ ਚੀਜ਼ਾਂ ਦਾ ਜਿਹੜਾ ਟ੍ਰੈਫਿਕ ਜਿਹੜਾ ਹੈ ਉਹ ਅੱਗੇ ਪਿੱਛੇ ਜਾ ਸਕਦਾ ਹੈ। ਇਟ ਮੀਨਸ ਦੀ ਥਿੰਗਸ ਐਂਡ ਸਬਸਟੈਂਸਿਸ ਕੈਨ ਐਂਟਰ ਦੀ ਸੈੱਲ ਐਂਡ ਦੇ ਕੈਨ ਆਲਸੋ ਐਗਜ਼ਿਟ ਦੀ ਸੈੱਲ। ਐਂਡ ਹਾਊ ਡੂ ਦੇ ਡੂ ਦੈਟ, ਦੇ ਡੂ ਦੈਟ ਥਰੂ ਦੀ ਪੋਰਸ ਆਫ ਦੀ ਸੈੱਲ ਮੈਂਬਰੇਨ। ਤੇ ਹੋਰ ਕੀ ਕਰਦੀ ਹੈ, ਸੈੱਲ ਮੈਂਬਰੇਨ ਆਲਸੋ ਗਿਵਜ਼ ਸ਼ੇਪ ਟੂ ਦੀ ਸੈੱਲ। ਹੁਣ ਦੇਖੋ ਬੱਚੋ, ਇਹਨੂੰ ਤੁਸੀਂ ਜੇ ਸਿਸਟਮਾਈਜ਼ ਢੰਗ ਨਾਲ ਕਰਨਾ ਹੋਵੇ, ਜੇ ਮੈਂ ਕਹਿਣਾ ਹੋਵੇ ਵਟ ਆਰ ਦੀ 3 ਫੰਕਸ਼ਨਸ ਪਰਫਾਰਮਡ ਬਾਏ ਸੈੱਲ ਮੈਂਬਰੇਨ, ਤੇ ਮੈਂ ਪਹਿਲੇ ਕਹਾਂਗਾ ਸੈੱਲ ਮੈਂਬਰੇਨ ਗਿਵਜ਼ ਸ਼ੇਪ ਟੂ ਦੀ ਸੈੱਲ, ਪੁਆਇੰਟ ਇੱਕ ਹੋ ਗਿਆ, ਠੀਕ ਹੈ ਜੀ। ਫਿਰ ਸੈੱਲ ਮੈਂਬਰੇਨ ਸੈਪਰੇਟ ਸੈੱਲਸ ਫਰੋਮ ਅਦਰ ਸੈੱਲ ਐਂਡ ਆਲਸੋ ਦੀ ਸੈੱਲ ਫਰੋਮ ਦੀ ਸਰਾਊਂਡਿੰਗ ਮੀਡੀਅਮ, ਇਹ ਪੁਆਇੰਟ ਨੰਬਰ 2 ਹੋ ਗਿਆ, ਠੀਕ ਹੈ ਜੀ। ਫਿਰ ਤੀਸਰਾ ਪੁਆਇੰਟ ਹੋ ਗਿਆ, ਸੈੱਲ ਮੈਂਬਰੇਨ ਬੀਇੰਗ ਪੋਰਸ ਇਟ ਅਲਾਉਜ਼ ਦੀ ਇਨਵਰਡ ਐਂਡ ਆਊਟਵਰਡ ਮੂਵਮੈਂਟ ਆਫ ਦੀ ਸਬਸਟੈਂਸਿਸ ਔਰ ਮਟੀਰੀਅਲਸ। ਬਸ ਇਹਨਾਂ ਦੇ ਕੰਮ ਹੈਗਾ। ਤੁਸੀਂ ਕਹਿੰਦੇ ਪੜ੍ਹਨਾ ਬੜਾ ਔਖਾ, ਕੋਈ ਪੜ੍ਹਨਾ ਪੜ੍ਹਨਾ ਔਖਾ ਨਹੀਂ ਬਈ, ਇੱਦਾਂ ਪੜ੍ਹੋ ਢੰਗ ਦੇ ਨਾਲ, ਆਰਾਮ ਦੇ ਨਾਲ ਸਾਰੀ ਪੜ੍ਹਾਈ ਹੋ ਜਾਂਦੀ ਹੈ। ਚਲੋ ਅੱਗੇ ਚੱਲੀਏ। ਸੈੱਲ ਵਾਲ। ਹੁਣ ਦੇਖੋ ਬੱਚਿਓ, ਇਹ ਨਾ ਕਿ ਹੋਰ ਚੀਜ਼ ਐਕਸਟਰਾ ਚੀਜ਼ ਆ ਗਈ, ਇਹ ਹੁਣ ਸੈੱਲ ਮੈਂਬਰੇਨ ਦਾ ਪੇ ਹੈਗਾ, ਠੀਕ ਹੈ ਨਾ। ਉਹ ਕਹਿੰਦੇ ਭਾਈ ਅਸੀਂ ਪਲਸਤਰ ਨਹੀਂ ਕਰਾਉਣਾ, ਅਸੀਂ ਤੇ ਪੱਥਰ ਲਾ ਲੈਣਾ ਚੰਗਾ ਤਕੜਾ, ਠੀਕ ਹੈ। ਆਓ ਦੇਖੀਏ, ਪਰ ਦਿਸ ਹੈਪਨਸ ਓਨਲੀ ਇਨ ਪਲਾਂਟਸ। ਸੋ ਸੈੱਲ ਵਾਲ ਦੇ ਨਾਲ ਇੱਕ ਹੋਰ ਚੀਜ਼ ਆਉਂਦੀ ਹੈ, ਸੈੱਲ ਮੈਂਬਰੇਨ ਇਜ਼ ਫਾਊਂਡ ਓਨਲੀ ਇਨ ਐਨੀਮਲਸ ਤੇ ਸੈੱਲ ਵਾਲ ਇਜ਼ ਫਾਊਂਡ ਇਨ ਪਲਾਂਟ ਸੈल्स। ਪਲਾਂਟ ਸੈल्स हैव एन एडिशनल मैंने एक्स्ट्रा थिक लेयर, थिक मैंने मोटी, अराउंड दी सैल मैंबरेन। मतलब एक सैल मैंबरेन तो हो ही गई प्लांट्स में, तो प्लांट्स के बाहर एक होर मोटी लेयर होर हो जाती है एक्स्ट्रा, उन्होंने क्या जाता है सैल वॉल। हुण बच्चे इस गल का ख्याल रखना है, एनीमल्स डू नॉट हैव सैल वॉल, ओनली प्लांट्स हैव सैल वॉल। प्लांट्स हैव सैल मैंबरेन आल्सो, सैल मैंबरेन सारिਆਂ ਦੇ ਕੋਲ ਹੁੰਦੀ है, पर प्लांट्स ਦੇ ਕੋਲ इन एडिशन टू सैल मैंबरेन एक सराउंडिंग लेयर होर होती है विच इज़ थिकर, इट इज़ नोन एज सैल वॉल। इट गिव्स शेप, यह भी शेप तो देनी है उन्हें, इट गिव्स शेप एंड दूजी काम की करती है रिजिडिटी। रिजिडिटी होती है बच्चों भी चीज़ मुड़ नहीं सकती है ना, रिजिडिटी में सख्ती आ जाती है, हार्डनैस आ जाती है ऑफ दी सैल्स। बीइंग स्टेशनरी, हुण देखो ई नहीं है, ए है स्टेशनरी में से, क्योंकि जोड़े बूटे ने प्लांट्स है दे कैन नॉट मूव। ਤੁਹਾਡਾ ਖਿਆਲ ਹੈ ਜੀ ਬੂਟੇ ਨੂੰ ਚੱਲਦੇ ਦੇਖਿਆ ਕਿਤੇ ਨਹੀਂ, ਉਹ ਕਿਤੇ ਨਹੀਂ ਜਾ ਸਕਦਾ, ਉਹ ਇੱਕ ਵਾਰ ਉਹਦੀ ਜੜ ਉੱਥੇ ਫੜ ਗਈ ਤੇ ਉੱਥੇ ਸਟੇਸ਼ਨਰੀ ਰਹਿੰਦਾ, ਇਟ ਕੈਨ ਨਾਟ ਮੂਵ। ਸੋ ਬੀਇੰਗ ਸਟੇਸ਼ਨਰੀ ਪਲਾਂਟਸ ਕੈਨ ਨਾਟ ਮੂਵ ਐਂਡ ਆਰ देयरफॉर मोर वल्नरेबल मैंने बच्चे ਹੁੰਦਾ ਹੈ ससेप्टिबल, दे आर एट ग्रेटर रिस्क। ਕਿਹਦੇ ਰਿਸਕ ਤੇ, टू वेरिएशंस मैंने चेंजिस इन टैंपरेचर। कभी जेठ हाड़ की गर्मी आ गई, कभी पो माघ की ठंड आ गई, कभी बहुत ज़्यादा मीह आ गया, सौन भादों आ गया, मतलब कि वेरिएशंस इन टैंपरेचर, हाई विंड स्पीड, तूफान आ गए कभी,
ਐਟਮੋਸਫੇਰਿਕ ਮੋਇਸਚਰ, ਕਦੀ ਹਿਊਮਿਡਿਟੀ ਜ਼ਿਆਦਾ ਹੋ ਗਈ, ਕਦੀ ਥੋੜੀ ਹੋ ਗਈ। ਹੁਣ ਬੱਚਿਓ ਅਸੀਂ ਕੀ ਹੈ, ਜਾਨਵਰ ਕੀ ਹੈ, ਜਿਹੜੇ ਧੁੱਪਾਂ ਦੀ ਛਾਵੇਂ ਬਹਿ ਜਾਂਦੇ ਨੇ, ਹੈ ਨਾ, ਧੁੱਪਾਂ ਦੀ ਛਾਵੇਂ ਬਹਿ ਜਾਂਦੇ ਨੇ, ਤੇ ਜੇ ਠੰਡ ਲੱਗਦੀ ਹੈ ਉਹ ਆਪਣੀ ਅੱਗ ਜਲਾ ਲੈਂਦੇ ਨੇ, ਹੀਟਰ ਚਲਾ ਲੈਂਦੇ। ਅਸੀਂ ਵੀ ਜਦ ਗਰਮੀ 'ਚ ਏਸੀ ਚਲਾ ਲੈਂਦੇ ਹਾਂ, ਆਪਣਾ ਪੱਖਾ ਚਲਾ ਲੈਂਦੇ ਹਾਂ, ਸਰਦੀਆਂ 'ਚ ਹੀਟਰ ਚਲਾ ਲੈਂਦੇ ਹਾਂ। ਜਾਨਵਰ ਵੀ ਦੇ ਨੋ ਟੂ ਪ੍ਰੋਟੈਕਟ ਦੈਮਸੈਲਵਸ ਅਗੇਂਸਟ ਦੀਜ਼ ਵੇਰੀਏਸ਼ਨਸ ਇਨ ਦੀ ਕਲਾਈਮੇਟ ਡਿਪੈਂਡਿੰਗ ਅਪੋਨ ਦੇਅਰ, ਜੋ ਨੇਚਰ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ। ਬਟ ਪਲਾਂਟਸ ਕੈਨ ਨੋਟ ਡੂ ਦੈਟ। ਸੋ ਪਲਾਂਟਸ ਆਰ ਐਟ ਗ੍ਰੇਟਰ ਰਿਸਕ due to these varying factors in the climate, be it change in the humidity, be it change in the temperature, be it in the change in the wind speed. So the cell wall protects them against these variations. So nature ने क्या भाई देखो, ਜਿਹੜੇ ਬੂਟੇ ਨੇ, ਰੁੱਖ ਨੇ, ਤੁਸੀਂ ਜਾ ਤੇ ਆ ਸਕਦੇ ਨਹੀਂ ਕਿਤੇ, ਹੈ ਨਾ, ਤੇ ਤੁਸੀਂ ਆਪਣੇ ਨੂੰ ਧੁੱਪ ਤੋਂ ਬਚਾਉਣਾ ਹੈ, ਮੀਂਹ ਤੋਂ ਬਚਾਉਣਾ ਹੈ, ਹਨੇਰੀਆਂ ਤੋਂ ਬਚਾਉਣਾ ਹੈ, ਤੇ ਮੈਂ ਤੁਹਾਨੂੰ ਕੀ ਕਰਦਾ, ਤੁਹਾਨੂੰ ਸੈੱਲ ਵਾਲ ਦੇ ਦਿੰਦਾ। ਸੋ ਰੱਬ ਨੇ ਕੀ ਕੀਤਾ, ਨੇਚਰ ਨੇ ਕੀ ਕੀਤਾ, ਪਲਾਂਟਸ ਨੂੰ ਇੱਕ ਐਕਸਟਰਾ ਲੇਅਰ ਦੇ ਦਿੱਤੀ, ਥਿਕ ਲੇਅਰ ਦੇ ਦਿੱਤੀ, that is known as cell wall. Animal cells do not have cell wall because we can move and protect ourselves. Plants cannot move and cannot protect themselves against the varying factors of environment. That is why they have cell wall, which is thicker and which surrounds the cell membrane, and it protects them against the variations in temperature, variations in wind speed, variations in एयर मॉइस्चर। ठीक है बच्चों, आओ आगे चलिए हम अगे आ गया बच्चों प्लास्टिड। प्लास्टिड की बस एक लाइन की डेफिनेशन है, यू हैव टू जस्ट मेमोराइज इट, है ना। प्लास्टिड इज एनी ऑफ द स्मॉल कलर्ड पार्टिकल्स इन द साइटोप्लाज्म ऑफ द सेल्स ऑफ प्लांट्स। हम देखो बच्चों, सेल है, सेल इज लाइक एक बड़ी चीज़ है ना, मतलब इट कुड बी इलांगेटेड, इट कुड बी पॉइंटेड एट एंड्स, इट कुड बी राउंड, इट कुड, ते बाहर मैंबरेन हो गई, मैंबरेन के बाद जो, क्योंकि वी आर टॉकिंग अबाउट दी सैल्स ऑफ प्लांट्स, बाहर सैल वाल हो गई, तो सेंटर के एक न्यूक्लीयस होंदा है, तो सैल मैंबरेन के न्यूक्लीयस के एक फ्लूइड लाइक मटीरियल होंदा है जिन्होंने कहते हैं ना साइटोप्लाज्म। तो कहते साइटोप्लाज्म जो फ्लूइड जो एक जैली लाइक सबसटांस होंदा है, वो छोटे छोटे स्मॉल कलर्ड पार्टिकल्स होंदे ने, दोज पार्टिकल्स आर नोन एज प्लास्टिड्स। सो प्लास्टिड इज एनी ऑफ द स्मॉल, किन्ने सारे होंदे ने, अलग अलग रंग के होंदे ने। So plastid is any of the small colored particles in the cytoplasm of the cells of plants. ਇਹ ਗੱਲ ਮੁੱਕ ਗਈ। ਹੁਣ ਬੱਚਿਓ ਅਸੀਂ ਗੱਲ ਕਰਦੇ ਹਾਂ क्लोरोप्लास्ट। Now क्लोरोप्लास्ट is a particular type of plastid. ਹੁਣ plastid ਜਿਹੜੇ ਕਿੰਨੇ ਕਿਸਮ ਦੇ ਨੇ, there are many types of plastids, they are of many colors। ਤੇ ਕਹਿੰਦੇ ਇੱਕ green colored plastid ਜਿਹੜਾ ਹੁੰਦਾ ਹੈ containing green pigment chlorophyll is known as chloroplast। ਬਸ ਇੰਨੀ ਜੀ ਗੱਲ ਹੈ। ਕਹਿੰਦੇ ਭਾਈ ਸਾਹਿਬ ਬੜੇ ਸਾਰੇ ਪਲਾਸਟਿਡ ਹੈਗੇ ਨੇ, ਕਹਿੰਦੇ ਜਿਹੜਾ ਹਰਾ ਪਲਾਸਟਿਡ ਨਜ਼ਰ ਆ ਰਿਹਾ ਭਾਜੀ ਉਹਨੂੰ ਕੀ ਕਹਿੰਦੇ ਨੇ, ਕਹਿੰਦੇ ਹਰਾ ਪਲਾਸਟਿਡ ਜਿਹੜਾ ਨਾ ਉਹਨੂੰ ਕਲੋਰੋਪਲਾਸਟ ਕਹਿੰਦੇ ਨੇ। ਉਹ ਕਹਿੰਦੇ ਇਹਦਾ ਹਰਾ ਰੰਗ ਕਿਉਂ ਹੈਗਾ, ਕਹਿੰਦੇ ਹਰਾ ਰੰਗ ਇਸ ਕਰਕੇ ਹੈ ਕਿ ਇਹ 'ਚ ਕਲੋਰੋਫਿਲ ਹੁੰਦੀ ਹੈ, ਤੇ ਕਲੋਰੋਫਿਲ ਕਰਕੇ ਉਹਦਾ ਰੰਗ ਹਰਾ ਹੋ ਜਾਂਦਾ ਹੈ। ਸੋ ਗ੍ਰੀਨ ਕਲਰਡ ਪਲਾਸਟਿਡਸ ਕੰਟੇਨਿੰਗ ਗ੍ਰੀਨ ਪਿਗਮੈਂਟ ਕਲੋਰੋਫਿਲ ਇਜ਼ ਕਾਲਡ ਕਲੋਰੋਪਲਾਸਟ। ਸੋ ਸਿੰਪਲ, ਇੱਦਾਂ ਬੋਲੋ, ਰੋਕ ਰੋਕ ਕੇ ਬ੍ਰੇਕ ਕਰ ਲਓ ਸੈਂਟੈਂਸ ਨੂੰ। ਗ੍ਰੀਨ ਕਲਰਡ ਪਲਾਸਟਿਡ ਕੰਟੇਨਿੰਗ ਗ੍ਰੀਨ ਪਿਗਮੈਂਟ ਕਲੋਰੋਫਿਲ ਇਜ਼ ਕਾਲਡ ਕਲੋਰੋਪਲਾਸਟ। ਇਹਦੇ ਫੰਕਸ਼ਨ ਕੀ ਹੈਗਾ, इट इज़ क्लोरोफिल दैट गिव्स ग्रीन कलर टू दी लीव्स। ਹੁਣ ਕੋਈ ਪੁੱਛੇ ਵੀ ਭਾਈ ਇਹ ਬੂਟਿਆਂ ਦੀ ਪੱਤੀਆਂ ਦਾ ਰੰਗ ਹਰਾ ਕਿਉਂ ਹੁੰਦਾ ਹੈ, ਕਹਿੰਦੇ ਇਟ ਇਜ਼ ਬਿਕੋਜ਼ ਆਫ ਦੀ ਗ੍ਰੀਨ ਪਿਗਮੈਂਟ ਕਲੋਰੋਫਿਲ। ਇਹਦਾ ਹੋਰ ਕੰਮ ਕੀ ਹੁੰਦਾ ਹੈ, ਇਟ ਇਜ਼ ਯੂਜ਼ਡ ਇਨ ਫੋਟੋਸਿੰਥੇਸਿਸ। ਫੋਟੋਸਿੰਥੇਸਿਸ ਬੱਚੇ ਕੀ ਹੁੰਦਾ ਹੈ, ਫੋਟੋ ਪਲਸ ਸਿੰਥੇਸਿਸ। ਫੋਟੋ ਮੀਨਸ ਲਾਈਟ, ਸਿੰਥੇਸਿਸ ਮੈਨੇ ਬਣਾਉਣਾ। ਠੀਕ ਹੈ, ਜਦੋਂ ਅਸੀਂ ਦੋ ਤਿੰਨ ਚੀਜ਼ਾਂ ਨੂੰ ਰਲਾ ਕੇ ਇੱਕ ਚੀਜ਼ ਬਣਾ ਦਿੰਦੇ ਹਾਂ ਉਹਨੂੰ ਕਹਿੰਦੇ ਸਿੰਥੇਸਾਈਜ਼। ਸੋ ਇਹ ਫੋਟੋਸਿੰਥੇਸਿਸ ਕੀ ਹੁੰਦਾ ਹੈ, ਦੀ ਜੋ ਕਲੋਰੋਫਿਲ ਹੈ ਉਹ ਕੀ ਕਰਦੀ ਹੈ, ਕਲੋਰੋਫਿਲ ਇਟ ਟੇਕਸ ਸਨਲਾਈਟ, ਇਟ ਟੇਕਸ ਕਾਰਬਨ ਡਾਈਆਕਸਾਈਡ ਤੇ ਉਹਨੂੰ ਲੈ ਕੇ ਗਲੂਕੋਜ਼ ਬਣਾ ਦਿੰਦੀ ਹੈ। ਉਹ ਦੈਟ ਇਜ਼ ਅ ਫੂਡ ਵਿਚ ਇਜ਼ ਯੂਜ਼ਡ ਬਾਈ ਪਲਾਂਟਸ। ਤੇ ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਫੋਟੋਸਿੰਥੇਸਿਸ, ਅਰਥਾਤ ਸਿੰਥੇਸਿਸ ਵਿਚ ਇਜ਼ ਕੈਰੀਡ ਆਊਟ ਵਿਦ ਦੀ ਹੈਲਪ ਆਫ ਫੋਟੋ। ਇੱਥੇ ਫੋਟੋ ਦਾ ਮਤਲਬ ਹੈ ਲਾਈਟ, ਸਨਲਾਈਟ। ਸੋ ਸਿੰਥੇਸਿਸ means making, generation carried out with the help of sunlight is known as photosynthesis, and it is done with the help of green pigment chlorophyll। और chlorophyll कित्थे हुंदी है बच्चों, यह chlorophyll एक प्लास्टिड विच हुंदी है। उस प्लास्टिड का नाम की हुंदा है, उस प्लास्टिड का नाम हुंदा क्लोरोप्लास्ट। बस इसदा जोड़ जोड़ के गल बनाओ, बड़े आराम नाल बन जाती है ना। सो साइटोप्लाज्म हैज मैनी डिफरेंट कलर्ड small particles, they are known as plastids। तो प्लास्टिड विचों जिहड़े ग्रीन कलर के प्लास्टिड होंदे ने उन्होंने असीं क्लोरोप्लास्ट कह दिंदे हां। उहदा रंग हरा क्यों होंदा है, बिकॉज दोज क्लोरोप्लास्ट्स हैव ग्रीन पिगमेंट। उस ग्रीन पिगमेंट का रंग होंदा है हरा होंदा है। जिहड़ी लीव्स हैगियां
ਜਿਹੜੇ ਪੇੜਾਂ ਦੀ ਲੀਵਸ ਹੈਗੀਆਂ ਉਹਦਾ ਰੰਗ ਵੀ ਹਰਾ ਇਸੇ ਕਲੋਰੋਫਿਲ ਕਰਕੇ ਹੁੰਦਾ ਹੈ। ਤੇ ਕਲੋਰੋਫਿਲ ਜਿਹੜਾ ਹੈਗਾ ਪਲਾਂਟਸ ਵਾਸਤੇ ਜਿਹੜਾ ਖਾਣਾ ਬਣਦਾ ਹੈ ਉਹਨੂੰ ਪ੍ਰੋਸੈਸ ਨੂੰ ਫੋਟੋਸਿੰਥੇਸਿਸ ਕਿਹਾ ਜਾਂਦਾ ਹੈ ਤੇ ਉਹ ਇਸ ਤਰ੍ਹਾਂ ਤਿਆਰ ਕਰ ਦਿੰਦੇ ਨੇ। ਆਓ ਹੁਣ ਅੱਗੇ ਚੱਲੀਏ। क्रोमोसोम। क्रोमोसोम इज अ थ्रेड लाइक और रॉड लाइक, मतलब लंबे लंबे, ठीक है, थ्रेड लाइक स्ट्रक्चर कंटेन्ड इन द न्यूक्लियस। ਹੁਣ ਬੱਚੇ ਇਹ ਗੱਲਾਂ ਯਾਦ ਰੱਖੀਆਂ ਵੀ क्रोमोसोम देखो प्लास्टिड कित्थे सीगा, प्लास्टिड इज इन दी फाउंड इन दी सिटोप्लाज्म, ठीक है। ਹੁਣ क्रोमोसोम कित्थे हैगा, क्रोमोसोम इज इन दी न्यूक्लियस ਤੇ क्रोमोसोम है किहदे वर्गा, इट इज़ लाइक अ थ्रेड लाइक स्ट्रक्चर, इट्स अ रॉड लाइक स्ट्रक्चर। तुसीं थ्रेड लाइक भी लिख सकते हो और रॉड लाइक भी लिख सकते हो, बोथ आर एक्सेप्टेबल, ठीक है। फिर आ गया क्रोमोसोम कैरीज जीन्स। हुण फिर क्रोमोसोम च जीन्स होंदियां ने एंड हैल्प्स इन इनहेरिटेंस। इनहेरिटेंस होंदा बच्चों जिद्दां मतलब कि जिद्दां कहंदे दिस हाउस हैज़ बीन इनहेरिटेड बाय माई फादर, भी मेरे पिता जी ने मैनू यह घर दिता है, या मैं कਹਾਂ इट इज़ इनहेरिटेड प्रॉपर्टी, भी यह प्रॉपर्टी मैं नहीं खरीदी, मेरे परदादा जी ने खरीदी सी, मेरे परदादा जी तो मेरे दादा जी ने यूज़ की, दादा जी पिता जी ने यूज़ की, हुण मैं यूज़ कर रहा। सो इनहेरिटेंस होंदा बच्चों और ट्रांसफर ऑफ करैक्टरिस्टिक्स, वो तो घट ट्रांसफर हो गया, पर साडे जानवरों में जीवां में कुछ ऐसे गुण होंगे ने विच वी ट्रांसफर टू अवर चिल्ड्रन। जिद्दां असीं देखो हाइट हैगी है, ਜਿਹੜੇ माता पिता लंबे होणगे उन्हां दे बच्चे भी लंबे होणगे, जिन्हां ਦੀਆਂ ਅੱਖਾਂ माता पिता ਦੀ ਉੱਦਾਂ ਦੀਆਂ ਹੋਣਗੀਆਂ ਉਹਨਾਂ ਦੇ ਬੱਚੇ ਦੀ ਵੀ ਅੱਖਾਂ ਉੱਦਾਂ ਦੀਆਂ ਹੋ ਸਕਦੀਆਂ ਨੇ, ਜਿਹੜੇ ਰੰਗ ਦੇ ਵਾਲ ਉਹਨਾਂ ਦੇ ਨੇ ਉਹ ਰੰਗ ਉਹਨਾਂ ਦੇ ਵੀ ਹੋ ਸਕਦੇ ਨੇ। ਸੋ ਇਹ ਜਿਹੜੀ ਕਰੈਕਟਰਿਸਟਿਕਸ ਹੈਗੀਆਂ ਨੇ ਇਹ ਕੰਮ ਕੌਣ ਕਰਦਾ ਹੈ, ਇਹ ਜੀਨਸ ਕਰਦੇ ਨੇ। ਤੇ ਜੀਨਸ ਕਿੱਥੇ ਹੁੰਦੇ ਨੇ, क्रोमोसोम ਦੇ ਵਿੱਚ ਹੁੰਦੇ ਨੇ, ਤੇ क्रोमोसोम ਕਿੱਥੇ ਹੁੰਦਾ ਹੈ, ਨਿਊਕਲੀਅਸ ਵਿੱਚ ਹੁੰਦਾ ਹੈ। ਸੋ क्रोमोसोम इज़ अ थ्रेड लाइक स्ट्रक्चर कंटेन्ड इन द न्यूक्लियस एंड क्रोमोसोम कैरीज जीन्स एंड जीन्स दे हैल्प इन दी इनहेरिटेंस। जे तुहानूं इनहेरिटेंस वर्ड औखा लगता है तुसीं ट्रांसफर में लिख देता, ट्रांसफर भी कर सकते हो। दे हैल्प इन दी ट्रांसफर ऑफ करैक्टरिस्टिक्स, करैक्टरिस्टिक्स मीनस दी क्वालिटीज़ फ्रॉम दी पेरेंट्स टू दी ऑफस्प्रिंग। ऑफस्प्रिंग होंदा बच्चे अगे उन्हां दे अगे जो बच्चे पैदा हो रहे हैं उन्होंने क्या जाता है, चाहे जानवरों के होण, मनुखों के होण, बूटियां के होण, किसी चीज़ भी। दी क्रोमोसोम्स कैन बी सीन ओनली वैन दी सैल डिवाइड्स। हुण यह देखो यह गल इंपॉर्टेंट आ गई कि सैल नूं ते असीं माइक्रोस्कोप नाल देख सकते हैं, ठीक है ना, पर क्रोमोसोम नूं डायरैक्टली नहीं देख सकते। पर एक सैल डिवीजन होंदी, सैल अपने आप नूं डिवाइड करता है जिन्होंने कहा जाता सैल फिशन, ठीक है ना, सैल डिवाइड इटसेल्फ। तो क्रोमोसोम सिर्फ उसी वेले देखा जा सकता है जो सैल डिवाइड होंदा है, वैसे क्रोमोसोम कैन नॉट बी सीन। आओ अगे चलिए। हुण आ गया बच्चों सिटोप्लाज्म, जिहदा जिक्र पहले भी आया सीगा, जैली लाइक। जैली स्वाद लगती बच्चों तुहानूं, मैं हुण तो नहीं खाता, छोटे होंदे खांदे जैली होंदी, जैली स्ट्रॉबेरी जैली, ऑरेंज जैली, है ना, वो बच्चे बना के फ्रिज च जमा के खांदे ने। तो बस तुसीं यह दिमाग च रख लो कि सिटोप्लाज्म इज़ अ जैली लाइक सबसटेंस बिटवीन दी कित्थे कित्थे हैगा, न्यूक्लियस एंड दी सैल मैंबरेन ऑफ अ सैल। मतलब कि सैल हैगा, सैल के बाहर मैंबरेन हैगी है, और अंदर फ्लूइड हैगा, जैली लाइक सबसटेंस हैगा, उन्हें सिटोप्लाज्म कहा जाता है। तो वो सेंटर में न्यूक्लियस हैगा, ठीक है ना। सो ਇਹਦਾ मतलब की होया कि न्यूक्लियस के आस पास, न्यूक्लियस के चारों पासे तो सैल मैंबरेन के अंदर अंदर और अंदर अंदर सारा जो मटीरियल है उन्होंने कहा जाता है सिटोप्लाज्म। द जैली लाइक सबसटेंस बिटवीन द न्यूक्लियस एंड द सैल मैंबरेन ऑफ अ सेल इज नोन एज सिटोप्लाज्म। सिटोप्लाज्म कंटेन्स वेरियस अदर कंपोनेंट्स ऑफ सेल्स, उन्होंने कहा जाता है ऑर्गेनल्स, ठीक है। मतलब कि ऑर्गेनल्स जोड़े है बच्चों वो छोटे छोटे होंगे ने, दे आर लाइक ऑर्गन्स ओनली, और बहुत छोटे कंपोनेंट होंगे ने। सो सिटोप्लाज्म कंटेन्स वेरियस अदर कंपोनेंट्स ऑफ सेल्स विच आर नोन एज ऑर्गेनल्स। वो ऑर्गेनल्स किहड़े ने, एग्जाम्पल 3 है, माइटोकॉन्ड्रिया, गोल्गी बॉडीज एंड राइबोसोम्स। तुसीं बच्चे पता की याद रख लो, तुसीं याद रख लो गर्म, देखो GRM सौखा हो जाता गर्म, है ना। G तो गोल्गी बॉडीज हो गया, R तो राइबोसोम्स हो गया, M तो माइटोकॉन्ड्रिया हो गया। बस हूँ रट्टा लाने रोनी, गर्म याद रखो, चुप करके आराम से गर्म गर्म। कहना ओहो भाजी मैं जैली ठंडी नहीं खानी, मैं गर्म खानी है। तो जे मैं कਹਾਂ मैं गर्म जैली खानी है तो जैली का मतलब ये हो गया सिटोप्लाज्म, तो गर्म खानी गर्म का मतलब ये हो गया जैली विच 3 ऑर्गेनल होंगे ने, किहड़े किहड़े, एग्जाम्पल गोल्गी बॉडीज हो गया, राइबोसोम्स हो गया, तो माइटोकॉन्ड्रिया हो गया। सो सिंपल, इस तरह तुसीं मतलब कि ट्रिक यूज़ करके यह चीज़ां याद कर सकते हो। ओके, हुण आ गया बच्चों यूकेरियोट्स।
यूकैरियोट्स. Cells having well organized nucleus with a nuclear membrane are known as eukaryotic cells. ठीक है बच्चों, ਇਹਦਾ ਮਤਲਬ ਇਹ ਹੋਇਆ ਕਿ ਇਧਰੋਂ ਇਹ ਗੱਲ ਕਲੀਅਰ ਹੋ ਗਈ ਕਿ ਕੁਝ ਜਿਹੜੇ ਸੈਲਸ ਹੁੰਦੇ ਨੇ ਉਹਦੇ ਨਿਊਕਲੀਅਸ ਵਿੱਚ ਨਿਊਕਲੀਅਰ ਮੈਂਬਰੇਨ ਹੁੰਦੀ ਹੈ, ਕੁਝ ਸੈਲਸ ਦੇ ਨਿਊਕਲੀਅਸ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ, ਤਾਂ ਹੀ ਮੈਂ ਦੋਨਾਂ ਨੂੰ ਇਕੱਠੇ ਜੋੜ ਦਿੱਤਾ ਹੈ. ਇਹ ਦੇਖੋ, ਜਿਹੜੇ ਸੈਲਸ ਦੇ ਵਿੱਚ ਨਿਊਕਲੀਅਸ ਮੈਂਬਰੇਨ ਹੁੰਦੀ ਹੈ ਉਹ ਸੈਲਸ ਨੂੰ ਕਿਹਾ ਜਾਂਦਾ ਹੈ यूकैरियोटिक ਸੈਲਸ. यूकैरियोटिक ਸੈਲ ਇੱਦਾਂ ਬੋਲਣਾ, ਦੇਖੋ यूके फिर इन्होंने हल्का जिहा बोलना रेयोटिक यूकैरियोटिक cells having well organized nucleus with a nuclear membrane are known as eukaryotic cells. है हो गया. फिर आ गया organisms having such cells. ਤੇ ਜਿਹੜੇ organisms ਵਿੱਚ ਇਸ ਤਰ੍ਹਾਂ ਦੇ ਸੈੱਲ ਹੁੰਦੇ ਨੇ, ਕਿਹੜੇ ਵਾਲੇ? eukaryotic cells. they are known as eukaryotes. They include all organisms except bacteria and blue green algae. अर्थात ਹੁਣ ਇਹਦੇ एग्जाम्पल ਕਿਹੜੇ ਹੈਗੇ ਨੇ? ਉਹ एग्जाम्पल ਹੋ ਗਏ ਸਾਰੇ organisms except bacteria and blue green algae. ਇਹਦਾ ਮਤਲਬ ਕੀ ਹੈ ਕਿ ਬੈਕਟੀਰੀਆ ਅਤੇ ਬਲੂ ਗ੍ਰੀਨ ਐਲਗੇ ਵਿੱਚ ਨਿਊਕਲੀਅਰ ਮੈਂਬਰੇਨ ਹੁੰਦੀ ਹੈ, ਬਾਕੀ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ. ਬੈਕਟੀਰੀਆ ਅਤੇ ਬਲੂ ਗ੍ਰੀਨ ਐਲਗੇ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ, ਬਾਕੀ ਸਾਰੇ ਆਰਗੇਨਿਜ਼ਮਸ ਵਿੱਚ ਨਿਊਕਲੀਅਰ ਮੈਂਬਰੇਨ ਹੁੰਦੀ ਹੈ. ਹੁਣ ਅੱਗੇ ਆ ਗਿਆ ਬੱਚੋ, ਇਹਦੇ ਨਾਲ ਹੀ ਜੁੜਿਆ ਹੋਇਆ ਹੈ, ਮੈਂ ਇਕੱਠਾ ਕਰ ਦਿੱਤਾ ਇਸ ਕਰਕੇ. प्रोकैरियोट्स. ठीक है, प्रोकैरियोट्स आ गया. सेल्स लैकिंग मेम्ब्रेन बाउंड न्यूक्लियाई आर नोन एज प्रोकैरियोटिक सेल्स. ਜਿਹੜੇ ਸੈਲਸ ਦੇ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ, ਠੀਕ ਹੈ ਨਾ, ਲੈਕਿੰਗ ਮੀਨਸ ਸੈਲਸ ਵਿਦਾਊਟ ਮੈਂਬਰੇਨ ਬਾਉਂਡ, ਮੈਂਬਰੇਨ ਤੋਂ ਘਿਰੇ ਹੋਏ, ਮੈਂਬਰੇਨ ਬਾਉਂਡ ਨਿਊਕਲੀਆਈ. ਨਿਊਕਲੀਅਸ ਹੁੰਦਾ ਬੱਚਿਓ ਇੱਕ ਨਿਊਕਲੀਅਸ, ਨਿਊਕਲੀਆਈ ਮੀਨਸ ਪਲੂਰਲ ਆਫ ਨਿਊਕਲੀਅਸ, ਮੈਨੀ ਨਿਊਕਲੀਆਈ. ਸੋ all cells without membrane bound nuclei are known as prokaryotic cells, and organisms with these cells are known as prokaryotes. Prokaryotes. Examples are bacteria and blue green algae. बस वही आ गया, मतलब कि ਇਹ ਜਿਹੜੇ ਇੱਥੇ एक्सेप्ट कर ਦਿੱਤਾ ਤੇ ਇੱਥੇ कर ਦਿੱਤਾ, दो याद रखना है. Bacteria and blue green algae, they don't have any nuclear membrane, ठीक है, and they are known as prokaryotes, ठीक है, and their cells are known as prokaryotic cells. ठीक है बच्चों, आओ आगे चलिए. ਹੁਣ ਆ ਗਿਆ ਜੀਨ. ਇਹ ਜੀਨ ਕਿੱਥੇ ਸੀ ਬੱਚਿਓ? ਕ੍ਰੋਮੋਸੋਮ ਦੇ ਵਿੱਚ, ਤੇ ਕ੍ਰੋਮੋਸੋਮ ਕਿੱਥੇ ਹੈਗਾ? ਨਿਊਕਲੀਅਸ ਦੇ ਵਿੱਚ. ਠੀਕ ਹੈ, ਇਸ ਦਾ ਯਾਦ ਰੱਖਣਾ ਹੈ. ਓਕੇ, ਨਿਊਕਲੀਅਸ, ਕ੍ਰੋਮੋਸੋਮ, ਫਿਰ ਅੱਗੇ ਜੀਨ. Gene is a unit of inheritance. Inheritance means transfer in living organisms. Gene is a unit of inheritance in living organisms. It means सारे organisms ਵਿੱਚ ਹੁੰਦਾ ਹੈ. It controls the transfer of hereditary characteristics. ਜੱਦੀ ਗੁਣ ਜਿਹੜੇ ਹੈਗੇ ਨੇ, ਉਸ ਰੰਗ ਦੇ ਵਾਲ, ਉਸ ਰੰਗ ਦੀ ਚਮੜੀ, ਉਸ ਰੰਗ ਦਾ ਚੱਲਦਾ ਹੈ, ਠੀਕ ਹੈ ਨਾ. Such as color of skin, hair, eyes, etc. from parents to offspring. ਮਾਪਿਆਂ ਤੋਂ ਬੱਚਿਆਂ ਤੱਕ, ਠੀਕ ਹੈ. However, the different combination of genes from parents result in different characteristics. ਹੁਣ ਤੁਸੀਂ ਸੋਚ ਰਹੇ ਹੋਗੇ ਜਦ ਗੱਲ ਕਰ ਰਹੇ ਸੀ ਤੇ ਕਈ ਵਾਰ ਇਸ ਤਰ੍ਹਾਂ ਉਲਟਾ ਵੀ ਹੋ ਜਾਂਦਾ. ਇਸ ਤਰ੍ਹਾਂ ਹੈ ਬੱਚਿਓ, ਕਈ ਵਾਰ ਮੰਮੀ ਦੇ ਜੀਨਸ ਤੇ ਡੈਡੀ ਦੇ ਜੀਨਸ ਕ੍ਰਾਸ ਕਰ ਜਾਂਦੇ ਨੇ, ਉਹ ਕੰਬੀਨੇਸ਼ਨ ਬਣ ਕੇ ਕੁਝ ਹੋਰ ਬਣ ਜਾਂਦਾ ਹੈ, ਤੇ ਇਸ ਕਰਕੇ ਵੀ ਕਈ ਵਾਰ ਉਲਟਾ ਹੋ ਜਾਂਦਾ ਹੈ. ਠੀਕ ਹੈ ਬੱਚਿਓ. ਨਾਲੇ ਇਹ ਜੀਨਸ ਹੈਗੇ ਨੇ ਬੱਚਿਓ, ਪਿੱਛੋਂ ਸਾਡੀ ਕਈ ਪੀੜ੍ਹੀਆਂ ਤੋਂ ਚੱਲਦੀ ਆ ਰਹੀਆਂ. ਕਈ ਵਾਰ ਕੋਈ ਪੜਦਾਦੇ ਦਾ ਜੀਨ ਹੈਗਾ, ਉਹ ਅੱਗੇ ਪੜਪੋਤੇ ਵਿੱਚ ਆ ਕੇ ਨਜ਼ਰ ਆ ਜਾਂਦਾ ਹੈ. ਠੀਕ ਹੈ, ਸੋ ਇਸ ਤਰ੍ਹਾਂ ਵੀ ਹੋ ਜਾਂਦਾ ਹੈ. सो इट इज़ अ वेरी कॉम्प्लीकेटेड नेचर ਵਿੱਚ ਬੜਾ ਕੁਝ ਇਸ ਤਰ੍ਹਾਂ ਵੈਰਾਈਟੀ, ਬੜੇ ਸਾਰੇ ਪਰਮੂਟੇਸ਼ਨ ਕੰਬੀਨੇਸ਼ਨ ਬਣ ਜਾਂਦੇ ਨੇ. ਠੀਕ ਹੈ, ਤਾਂ ਤੁਸੀਂ ਬਸ ਇੰਨਾ ਕੁ ਯਾਦ ਰੱਖ ਲਓ. ਐਟ ਯੂਰ ਲੈਵਲ ਦਿਸ ਮਚ ਇਜ਼ ਗੁੱਡ ਇਨਫ. ਆਓ ਅੱਗੇ ਚਲੀਏ ਹੁਣ. ਓਕੇ, ਹੁਣ ਆ ਗਿਆ ਮਲਟੀ ਸੈਲੂਲਰ. ਹੁਣ ਬੱਚੋ, ਆਰਗੇਨਿਜ਼ਮਸ ਮੇਡ ਆਫ ਮੈਨੀ ਮੀਨਸ ਮਲਟੀ, ਸੈਲਸ ਆਰ ਨੋਨ ਐਜ਼ ਮਲਟੀ ਸੈਲੂਲਰ. ਜਿੱਦਾਂ ਮਲਟੀ ਦਾ ਹੁੰਦਾ ਬੱਚੋ ਮੈਨੀ, ਬੜੇ ਸਾਰੇ. ਜਿੱਦਾਂ ਅਸੀਂ ਕਹਾਂ ਇੱਕ ਬਿਲਡਿੰਗ ਬੜੀ ਉੱਚੀ ਹੋਵੇ ਤੇ ਉਹਦੀਆਂ ਬੜੀ ਸਾਰੀ ਮੰਜ਼ਲਾਂ ਹੋਣ, ਅਸੀਂ ਕੀ ਕਹਾਂਗੇ? ਮਲਟੀ ਸਟੋਰੀਡ ਬਿਲਡਿੰਗ ਕਹਾਂਗੇ ਨਾ, ਮਲਟੀ ਸਟੋਰੀਡ ਬਿਲਡਿੰਗ. ਫਿਰ ਜਿੱਦਾਂ ਹੁਣ ਇੰਡੀਆ ਹੈ, ਇਹ 'ਚ ਕਿੰਨੇ ਕਲਚਰ ਨੇ, ਹੈ ਨਾ. ਇਹ 'ਚ ਪੰਜਾਬੀ ਵੀ ਨੇ, ਤਮਿਲ ਵੀ ਨੇ, ਬਿਹਾਰੀ ਵੀ ਨੇ, ਅਲੱਗ-ਅਲੱਗ, ਕੋਈ ਮੱਕੀ ਦੀ ਰੋਟੀ, ਕੋਈ ਡੋਸਾ, ਹੈ ਨਾ, ਕੋਈ ਭੰਗੜਾ, ਕੋਈ ਕੱਥਕ, ਕਿੰਨਾ ਕੁਛ ਹੈਗਾ. ਅਤੇ ਅਸੀਂ ਕਹਿੰਦੇ ਮਲਟੀ ਕਲਚਰਲ ਸੁਸਾਇਟੀ, ਜਿਹਦੇ 'ਚ ਬਹੁਤ ਸਾਰੇ ਸੱਭਿਆਚਾਰ ਨੇ, ਕਈ ਬੋਲੀਆਂ ਜਾਂਦੀਆਂ. ਮਲਟੀ ਲਿੰਗੁਅਲ ਸੁਸਾਇਟੀ. ਐਵੇਂ ਬੱਚੋ ਤਾਂ ਦੱਸ ਰਹੇ, ਦੇਖੋ ਹੁਣ ਸ਼ਬਦ ਹੈ ਮਲਟੀ,
ਤੇ ਨਾਲ ਮੈਂ ਤੁਹਾਨੂੰ 3-4 ਤੁਹਾਡੀ ਅੰਗਰੇਜ਼ੀ ਵੀ ਇੰਪਰੂਵ ਕਰ ਦਿੱਤੀ। ਉਹਦਾ ਨੁਕਸਾਨ ਤੇ ਕੋਈ ਨਹੀਂ ਹੈਗਾ, ਪੜ੍ਹਾਈ ਤੇ ਅਸੀਂ ਸਾਰੀ ਕਰਨੀ ਹੈ ਨਾ। ਸੋ ਮਲਟੀ ਦਾ ਮਤਲਬ ਹੋ ਗਿਆ ਮੈਨੀ, ਸੈਲੂਲਰ ਮੈਨੇ ਸੈੱਲ ਨਾਲ ਜੁੜੇ ਹੋਏ, ਮਲਟੀ ਸੈਲੂਲਰ ਮੈਨੇ ਹੈਵਿੰਗ ਮੈਨੀ ਸੈਲਸ, ਨॉट वन ਸੈੱਲ। ਠੀਕ ਹੈ, ਸੋ ਮੈਂ ਤੁਹਾਨੂੰ ਐਗਜ਼ਾਮਪਲ ਦੇ ਮਲਟੀ ਦੇ, ਮਲਟੀ ਕਲਚਰਲ ਸੁਸਾਇਟੀ, ਮਲਟੀ ਸਟੋਰੇਜ ਬਿਲਡਿੰਗ, ਮਲਟੀ ਲਿੰਗੁਅਲ ਸੁਸਾਇਟੀ, ਹੈ ਨਾ, ਇਸ ਤਰ੍ਹਾਂ। ਆਓ ਦੇਖੋ, various functions in multicellular organisms are carried out by groups of specialized cells forming different tissues। ਹੁਣ ਕਿਉਂਕਿ ਮਲਟੀ ਸੈਲੂਲਰ ਹੈਗਾ, ਸੋ ਇਸ ਵਿੱਚ ਅਲੱਗ-ਅਲੱਗ ਸੈੱਲ ਹੈਗੇ ਨੇ, ਕਈ ਵੈਰਾਈਟੀ ਦੇ ਸੈੱਲਸ ਹੈਗੇ ਨੇ। तो हर वैरायटी ਜਿਹੜੇ ਸਪੈਸ਼ਲਾਈਜ਼ ਸੈਲਸ ਨੇ ਉਹ ਫਿਰ ਕੀ ਕਰਦੇ ਨੇ, ਅਲੱਗ-ਅਲੱਗ ਕੰਮ ਕਰਦੇ ਨੇ। ਦੇ ਪਰਫਾਰਮ ਡਿਫਰੈਂਟ ਟਾਈਪਸ ਆਫ ਜੌਬਸ। ਸੈਲਸ ਦਾ ਇੱਕ ਗਰੁੱਪ ਬਣ ਜਾਂਦਾ ਹੈ, ਉਹ ਫਿਰ ਟਿਸ਼ੂਜ਼ ਬਣਾਉਂਦੇ ਨੇ, ਫਿਰ ਅਲੱਗ-ਅਲੱਗ ਟਿਸ਼ੂਜ਼ ਜਿਹੜੇ ਨੇ ਉਹ ਆਰਗਨਸ ਬਣਾਉਂਦੇ ਨੇ, ਤੇ ਆਰਗਨਸ ਆਪਣਾ ਕੰਮ ਕਰਦੇ ਨੇ। ਜਿੱਦਾਂ ਆਈ ਇਜ਼ ਐਨ ਆਰਗਨ, ਇਹ ਦੇਖਣ ਦਾ ਕੰਮ ਕਰਦੀ ਹੈ। ਈਅਰ ਇਜ਼ ਐਨ ਆਰਗਨ, ਇਹ ਸੁਣਨ ਦਾ ਕੰਮ ਕਰਦਾ ਹੈ ਨਾ। ਇसी ਤਰ੍ਹਾਂ ਕਿਡਨੀ ਜਿਹੜੀ ਹੈ ਇਹ ਪਿਊਰੀਫਿਕੇਸ਼ਨ ਦਾ ਕੰਮ ਕਰਦੀ ਹੈ, ਇਜ਼ ਐਨ ਆਰਗਨ। ਸੋ ਇਸ ਤਰ੍ਹਾਂ ਅਲੱਗ-ਅਲੱਗ ਆਰਗਨ ਨੇ, ਆਰਗਨ ਵਿੱਚ ਕਈ ਟਿਸ਼ੂਜ਼ ਨੇ, ਤੇ ਹਰ ਇੱਕ ਟਿਸ਼ੂ ਵਿੱਚ ਫਿਰ ਇੱਕੋ ਕਿਸਮ ਦੇ ਸੈਲਸ ਹੈਗੇ ਨੇ। ਠੀਕ ਹੈ ਬੱਚਿਓ, ਸੋ ਟਿਸ਼ੂਜ਼ ਇਨ ਟਰਨ ਫਾਰਮ ਆਰਗਨਸ। ਸੈਲਸ ਤੋਂ ਟਿਸ਼ੂਜ਼ ਬਣਦੇ ਨੇ, ਟਿਸ਼ੂਜ਼ ਤੋਂ ਆਰਗਨਸ ਬਣਦੇ ਨੇ। ਠੀਕ ਹੈ, ਸੋ ਜਿੱਦਾਂ ਇਹਦੇ ਬਹੁਤ ਸਾਰੇ ਅਲੱਗ-ਅਲੱਗ ਵੈਰਾਈਟੀ ਦੇ ਸੈਲਸ ਹੋਣ ਜਿਹੜੇ ਆਰਗੇਨਿਜ਼ਮਸ ਵਿੱਚ, ਉਹਨਾਂ ਨੂੰ ਕਿਹਾ ਜਾਂਦਾ ਹੈ ਮਲਟੀ ਸੈਲੂਲਰ। ਠੀਕ ਹੈ, ਆਓਗੇ ਚਲੀਏ ਹੁਣ ਇਹਦੇ ਨਾਲ ਆ ਗਿਆ ਯੂਨੀਸੈਲੂਲਰ। ਤੁਸੀਂ ਕਹੋ ਜੇ ਮਲਟੀ ਸੈਲੂਲਰ ਹੈ ਤੇ ਨਾਲ ਇੱਕ ਵਾਲਾ ਵੀ ਹੁੰਦਾ, ਯੈਸ ਇੱਕ ਵਾਲਾ ਵੀ ਹੁੰਦਾ। ਹੁਣ ਯੂਨੀ ਮੈਨੇ ਬੱਚਿਓ ਕੀ ਹੁੰਦਾ, ਯੂਨੀ ਮੈਨੇ ਇੱਕ। ਹੁਣ ਕੋਈ ਤੁਹਾਨੂੰ ਮਜ਼ੇਦਾਰ ਗੱਲ ਦੱਸਾਂ, ਇੱਕ ਹੁੰਦੀ ਬਾਈਸਾਈਕਲ। ਬਾਈਸਾਈਕਲ ਮੈਨੇ ਬਾਈ ਮੈਨੇ ਹੁੰਦਾ ਦੋ, ਬਾਈਸਾਈਕਲ ਮੈਨੇ ਜੇ ਦੋ ਸਾਈਕਲ ਨੇ, ਸਾਈਕਲ ਮੈਨੇ ਦੋ ਪਹੀਏ ਨੇ। ਇਸੇ ਤਰ੍ਹਾਂ ਤੁਹਾਨੂੰ ਪਤਾ ਕਿ ਯੂਨੀਸਾਈਕਲ ਹੁੰਦੀ ਹੈ। ਯੂਨੀਸਾਈਕਲ ਦਾ ਮਤਲਬ ਜਿਹਦਾ ਇੱਕ ਪਹੀਆ ਹੁੰਦਾ। ਇਹ ਸਰਕਸ ਵਿੱਚ ਕਈ ਬੰਦੇ ਦਾ ਚਲਾਉਂਦੇ ਨੇ ਸਾਈਕਲ, ਉਹਨੂੰ ਕਿਹਾ ਜਾਂਦਾ ਯੂਨੀਸਾਈਕਲ। ਹੁਣ ਦੇਖੋ ਅਸੀਂ ਯੂਨੀਫਾਰਮ, ਫਾਰਮ ਮੈਨੇ ਰੂਪ, ਯੂਨੀ ਮੈਨੇ ਇੱਕੋ ਜਿਹਾ ਰੂਪ, ਅਰਥਾਤ ਜਿਹੜੇ ਸਕੂਲ 'ਚ ਸਾਰੇ ਬੱਚਿਆਂ ਨੇ ਇੱਕੋ ਜਿਹੀ ਯੂਨੀਫਾਰਮ ਇੱਕੋ ਜਿਹੇ ਲੱਗਦੇ ਹੋਣ, ਫਿਰ ਅਸੀਂ ਕਹਿੰਦੇ ਯੂਨੀਫਾਰਮ, ਮਤਲਬ ਕਿ ਵਨ ਫਾਰਮ। ਸੋ ਯੂਨੀ ਦਾ ਮਤਲਬ ਐਕਚੁਅਲੀ ਹੈ ਇੱਕ। ਇਸੇ ਤਰ੍ਹਾਂ ਕਿ ਯੂਨੀਲਿੰਗੁਅਲ ਬੰਦਾ, ਮੈਂ ਕਹਾਂ ਆਈ ਐਮ ਯੂਨੀਲਿੰਗੁਇਸਟ, ਭਾਈ ਮੈਨੂੰ ਤਾਂ ਇੱਕੋ ਹੀ ਬੋਲੀ ਆਉਂਦੀ ਹੈ, ਮਾਂ ਬੋਲੀ ਪੰਜਾਬੀ, ਮੈਨੂੰ ਹੋਰ ਕੋਈ ਬੋਲੀ ਨਹੀਂ ਆਉਂਦੀ। ਸੋ ਆਈ ਐਮ ਯੂਨੀਲਿੰਗੁਇਸਟ। ਕਿਸੇ ਬੰਦੇ ਨੂੰ ਦੋ ਲੈਂਗੁਏਜ ਆਉਂਦੇ ਹੋਣ, ਅਸੀਂ ਕਹਾਂਗੇ ਬਾਈਲਿੰਗੁਇਸਟ। ਕਿਸੇ ਬੰਦੇ ਨੂੰ ਬਹੁਤ ਸਾਰੀਆਂ ਲੈਂਗੁਏਜ ਆਉਂਦੀਆਂ ਹੋਣ, ਉਹਨੂੰ ਕਹਾਂਗੇ ਮਲਟੀ ਲਿੰਗੁਇਸਟ। ਸੋ ਇਸ ਤਰ੍ਹਾਂ ਬੱਚਿਓ ਜਿਹੜੇ ਇਹ ਸ਼ਬਦ ਨੇ, ਇਹ ਆਪਣੇ ਭੰਡਾਰ ਨੂੰ ਇੱਦਾਂ ਵਧਾਉਣਾ ਤੁਸੀਂ। ਇਹ ਮੈਂ ਨਾਲ ਤੁਹਾਨੂੰ ਤਾਂ ਦੱਸੀ ਜਾ ਰਿਹਾ, ਹੈ ਤੇ ਬਾਇਓਲੋਜੀ, ਪਰ ਦੇ ਨਾਲ ਅਸੀਂ ਦੂਜੀ ਗੱਲਾਂ ਵੀ ਸਿੱਖੀ ਜਾਣੀਆਂ। ਸੋ ਯੂਨੀਸੈਲੂਲਰ ਆਰਗੇਨਿਜ਼ਮਸ ਮੇਡ ਆਫ ਸਿੰਗਲ ਸੈੱਲ ਆਰ ਨੋਨ ਐਜ਼ ਯੂਨੀਸੈਲੂਲਰ। ਇਹ ਤੇ ਬੜਾ ਆਸਾਨ ਹੈ। ਮਲਟੀ ਮੈਨੇ ਮੈਨੀ, ਸੋ ਮੈਨੀ ਸੈਲਸ on both organisms made of many cells are known as multicellular, and organisms made of only one cell known as unicellular. A unicellular organism performs all the functions that a multicellular organism performs। ਹੁਣ ਭਾਈ ਕਿਤੇ ਮਾਣ ਨਾ ਕਰ ਬੈਠੇ ਹੋ ਵੀ ਭਾਈ ਸਾਡੇ ਕੋਲ ਬੜੇ ਸਾਰੇ ਸੈੱਲ ਹੈਗੇ ਨੇ, ਤੇਰੇ ਕੋਲ ਇੱਕੋ ਹੀ ਸੈੱਲ ਹੈਗਾ। ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਜਿਹੜਾ ਕੰਮ ਤੁਹਾਡੇ ਵਿੱਚ ਅਲੱਗ-ਅਲੱਗ ਸੈੱਲ ਸਾਰੇ ਫੰਕਸ਼ਨ ਕਰਦੇ ਨੇ, ਉਹ ਕਹਿੰਦਾ ਭਾਈ ਮੇਰਾ ਇਕੱਲਾ ਸੈੱਲ ਸਾਰੇ ਕੰਮ ਕਰ ਦਿੰਦਾ। ਹੁਣ ਦੇਖੋ ਅਮੀਬਾ ਵੀ ਕੀ ਹੈ, ਅਮੀਬਾ ਕਹਿ ਰਿਹਾ ਸਾਨੂੰ, ਕਹਿੰਦਾ ਭਾਈ ਐਵੇਂ ਨਾ ਫੜਾ ਮਾਰ, ਜੇ ਤੇਰੇ ਕੋਲ ਬਹੁਤ ਸਾਰੇ ਸੈੱਲ ਹੈਗੇ ਨੇ ਤੇ ਤੇਰੇ ਵੱਖਰੇ ਵੱਖਰੇ ਸੈੱਲ ਵੱਖਰਾ ਵੱਖਰਾ ਕੰਮ ਕਰਦੇ ਨੇ, ਪਰ ਮੈਂ ਇਕੱਲਾ ਸੈੱਲ ਹੈਗਾ, ਮੈਂ ਸਾਰੇ ਕੰਮ ਕਰ ਲੈਂਦਾ। ਇਹ ਦੇਖੋ ਕੀ ਕਹਿੰਦਾ ਅਮੀਬਾ ਕੀ ਕਹਿ ਰਿਹਾ, ਫॉर एग्जांपल ਅਮੀਬਾ ਅ ਸਿੰਗਲ ਸੈਲਡ ਆਰਗੇਨਿਜ਼ਮ ਪਰਫਾਰਮਸ ਆਲ ਦੀ ਫੰਕਸ਼ਨਸ ਲਾਈਕ ਇੰਜੈਸ਼ਨ। ਇੰਜੈਸ਼ਨ ਕੀ ਹੁੰਦਾ ਬੱਚਿਓ, ਖਾਣਾ, ਮਤਲਬ ਖਾਣਾ ਖਾ ਲੈਂਦਾ ਆਪ ਹੀ, ਡਾਈਜੈਸ਼ਨ ਉਹਨੂੰ ਹਜਮ ਵੀ ਕਰ ਲੈਂਦਾ, ਐਕਸਕ੍ਰੀਸ਼ਨ ਫਿਰ ਮਲ ਮੂਤਰ ਵੀ ਤਿਆਗ ਦਿੰਦਾ, ਗਰੋਥ ਫਿਰ ਵੱਡਾ ਵੀ ਹੋ ਜਾਂਦਾ, ਰਿਪਰੋਡਕਸ਼ਨ ਫਿਰ ਅੱਗੇ ਬੱਚੇ ਵੀ ਪੈਦਾ ਕਰ ਲੈਂਦਾ, ਹੈ ਨਾ। ਉਹ ਸਾਰੇ ਕੰਮ ਇੱਕ ਸੈੱਲ ਨਾਲ ਹੀ ਹੋ ਜਾਂਦੇ ਨੇ। ਸੋ ਇਸ ਕਰਕੇ ਕਹਿੰਦੇ ਕਿ ਜਿਹੜਾ ਯੂਨੀਸੈਲੂਲਰ ਆਰਗੇਨਿਜ਼ਮ ਹੈਗਾ, ਇਟ ਕੈਨ ਪਰਫਾਰਮ ਆਲ ਦੀ ਫੰਕਸ਼ਨਸ ਦੈਟ ਆ ਮਲਟੀ ਸੈਲੂਲਰ ਆਰਗੇਨਿਜ਼ਮ ਪਰਫਾਰਮਸ। ਫਿਰ ਅੱਗੇ ਕਹਿੰਦੇ ਨੇ ਅਨਲਾਈਕ ਅਦਰ ਆਰਗੇਨਿਜ਼ਮਸ ਅਮੀਬਾ ਹੈਜ਼ ਨੋ ਡੈਫੀਨਿਟ ਸ਼ੇਪ। ਉਹਦੀ ਖਾਸ ਗੱਲ ਇਹ ਵੀ ਹੈਗੀ ਹੈ ਕਿ ਦੂਜੇ ਜਿਹੜੇ ਆਰਗੇਨਿਜ਼ਮਸ ਹੈ ਉਹਨਾਂ ਦੀ ਖਾਸ ਸ਼ੇਪ ਹੈਗੀ ਹੈ, ਪਰ ਅਮੀਬਾ ਦੀ ਕੋਈ ਖਾਸ ਸ਼ੇਪ ਨਹੀਂ ਹੈਗੀ। ਐਂਡ ਕੀਪਸ ਚੇਂਜਿੰਗ ਇਟ, ਤੇ ਉਹ ਆਪਣਾ ਆਕਾਰ ਬਦਲਦਾ ਰਹਿੰਦਾ ਹੈ। ਤੇ ਕਿਉਂ ਹੁੰਦਾ ਹੈ ਇਹ ਅੱਗੇ ਵੀ ਆਏਗਾ, ਥੋੜਾ ਮੈਂ ਇਸ਼ਾਰਾ ਵੀ ਇੱਥੇ ਕਰ ਦਿੰਦਾ। ਦਿਸ ਚੇਂਜ ਇਨ ਸ਼ੇਪ ਇਜ਼ ਡਿਊ ਟੂ ਸਿਊਡੋਪੋਡੀਆ। ਇਹ ਮੈਂ ਅੱਗੇ ਜਾ ਕੇ ਆਏਗਾ, ਤੁਹਾਨੂੰ ਸਮਝਾਵਾਂਗਾ ਡਿਟੇਲ ਵਿੱਚ ਵਟ ਇਜ਼ ਸਿਊਡੋਪੋਡੀਆ। ਇਟ ਇਜ਼ ਬਿਕੋਜ਼ ਆਫ ਸਿਊਡੋਪੋਡੀਆ ਵਿਚ ਹੈਲਪਸ ਅਮੀਬਾ ਇਨ ਮੂਵਿੰਗ ਐਂਡ ਕੈਪਚਰਿੰਗ ਫੂਡ। ਤੇ ਸਿਊਡੋਪੋਡੀਆ ਕਰਕੇ ਅਮੀਬਾ ਨੂੰ ਤੁਰਨ ਫਿਰਨ ਵਿੱਚ ਅਤੇ ਖਾਣਾ ਪ੍ਰਾਪਤ ਕਰਨ ਵਿੱਚ ਬੜੀ ਸਹਾਇਤਾ ਮਿਲਦੀ ਹੈ। ਓਕੇ, ਆਓ ਅੱਗੇ ਚਲੀਏ। ਅੱਗੇ ਆ ਗਿਆ ਬੱਚੋ ਨਿਊਕਲੀਅਸ। ਨਿਊਕਲੀਅਸ ਬੱਚੇ ਹੈਗਾ ਜਿੱਦਾਂ ਕੰਟਰੋਲ ਸੈਂਟਰ ਹੁੰਦਾ ਮੇਨ, ਜਿੱਦਾਂ ਨਹੀਂ ਆਪਣਾ ਤੁਸੀਂ ਦੇਖੋ ਬੱਚੋ ਇੱਕ 에ਅਰਪੋਰਟ 'ਤੇ ਇੰਨੀਆਂ ਫਲਾਈਟਾਂ ਆਉਂਦੀਆਂ ਜਾਂਦੀਆਂ, ਤੇ ਉੱਥੇ ਇੱਕ 에ਅਰ ਕੰਟਰੋਲ ਟਾਵਰ ਹੁੰਦੀ ਹੈ, ਉਹ ਸਾਰਾ ਬੰਦੇ ਬੈਠ ਕੇ ਉੱਥੇ ਕੰਟਰੋਲ ਕਰਦੇ ਨੇ ਵੀ ਇਹ ਫਲਾਈਟ ਇੰਨੇ ਵਜੇ ਥੱਲੇ ਉਤਰੇਗੀ, ਇਹ ਫਲਾਈਟ ਇੰਨੇ ਵਜੇ ਇੱਦਾਂ ਇੱਧਰੋਂ ਜਾਏਗੀ, ਇਹ ਤੁਸੀਂ ਵੇਟ ਕਰੋ, ਹੈ ਨਾ।
So nucleus is the control center of all the activities of the cell and is located in the center of it. ठीक है, ਇਹ ਦੋ ਗੱਲਾਂ ਯਾਦ ਰੱਖ ਲਓ, ਦੇਖੋ ਨਾ ਸਾਰੀ ਇੱਕ ਲਾਈਨ 'ਚ ਡੈਫੀਨੇਸ਼ਨ ਆ ਜਾਂਦੀ ਹੈ। ਸੋ ਨਿਊਕਲੀਅਸ ਇਜ਼ ਦੀ ਕੰਟਰੋਲ ਸੈਂਟਰ, ਕਾਹਦਾ ਕੰਟਰੋਲ ਸੈਂਟਰ ਆਫ ਆਲ ਦੀ ਐਕਟੀਵਿਟੀਜ਼। ਸੈੱਲ ਜਿੰਨੇ ਵੀ ਕੰਮ ਕਰਦਾ ਹੈ, ਜਿੰਨੇ ਵੀ ਕੰਮ ਕਰਦਾ ਹੈ, ਉਹ ਸਾਰਿਆਂ ਦੀ ਜਿਹੜੀ ਪਕੜ ਹੈ, ਕੰਟਰੋਲ ਹੈ, ਬੌਸ ਹੈਗਾ। ਸੋ ਨਿਊਕਲੀਅਸ ਇਜ਼ ਦੀ ਕੰਟਰੋਲ ਸੈਂਟਰ ਆਫ ਆਲ ਦੀ ਐਕਟੀਵਿਟੀਜ਼ ਆਫ ਦ ਸੈੱਲ ਐਂਡ ਇਜ਼ ਲੋਕੇਟਡ ਇਨ ਦੀ ਸੈਂਟਰ ਆਫ ਇਟ। ਤੇ ਕਹਿੰਦੇ ਇਹਦੀ ਜਿਹੜੀ ਲੋਕੇਸ਼ਨ ਹੈ ਉਹ ਕਿੱਥੇ ਹੈਗੀ ਹੈ, ਉਹ ਸੈੱਲ ਦੇ ਸੈਂਟਰ ਵਿੱਚ ਹੈਗੀ ਹੈ। ਠੀਕ ਹੈ, ਐਂਡ ਇਟ ਇਜ਼ ਜਨਰਲੀ ਆਮ ਤੌਰ ਤੇ ਸਫੈਰੀਕਲ, ਜਿਹਦਾ ਗੇਂਦ ਹੁੰਦੀ ਹੈ, ਆਂਡਾ ਹੁੰਦਾ ਹੈ, ਉਸ ਆਕਾਰ ਦਾ ਹੁੰਦਾ। ਇਟ ਇਜ਼ ਜਨਰਲੀ ਸਫੈਰੀਕਲ ਇਨ ਸ਼ੇਪ ਐਂਡ ਇਜ਼ ਐਨ ਇੰਪੋਰਟੈਂਟ ਕੰਪੋਨੈਂਟ ਆਫ ਦੀ ਲਿਵਿੰਗ ਸੈੱਲ। ਅਤੇ ਇਹ ਜਿਹੜਾ ਜੀਂਦਾ ਜਗਦਾ ਸੈੱਲ ਹੈ ਉਹਦਾ ਬੜਾ ਜ਼ਰੂਰੀ ਅੰਗ ਹੈ, ਬੜਾ ਮਹੱਤਵਪੂਰਨ ਅੰਗ ਹੈ। ਕੰਪੋਨੈਂਟ ਮੈਨੇ ਅੰਗ, ਪੁਰਜ਼ਾ, ਪਾਰਟ, ਇੰਪੋਰਟੈਂਟ ਮੈਨੇ ਬੜਾ ਮਹੱਤਵਪੂਰਨ ਹੈ। ਇਟ ਕੈਨ ਬੀ ਸਟੇਨਡ, ਮਤਲਬ ਇਹਨੂੰ ਰੰਗ ਕੀਤਾ ਜਾ ਸਕਦਾ ਹੈ। ਸਟੇਨਡ ਮੈਨੇ ਇਹਨੂੰ ਦਾਗ ਲਾਇਆ ਜਾ ਸਕਦਾ ਹੈ, ਉਹ ਜਿੱਦਾਂ ਇੱਕ ਟਰਮ ਹੈਗੀ ਹੈ ਜਦੋਂ ਮਾਈਕਰੋਸਕੋਪ ਨਾਲ ਚੈੱਕ ਕਰਦੇ ਨੇ। ਐਂਡ ਸੀਨ ਈਜ਼ੀਲੀ ਵਿਦ ਦੀ ਹੈਲਪ ਆਫ ਅ ਮਾਈਕਰੋਸਕੋਪ, ਇਹਨੂੰ ਉਹ ਤੋਂ ਵੱਖਰੇ ਸੈੱਲ ਤੋਂ ਵੱਖਰਾ ਕਰਕੇ, ਸਟੇਨਡ ਕਰਕੇ, ਰੰਗ ਦੇ ਕੇ ਇਹਨੂੰ ਆਸਾਨੀ ਦੇ ਨਾਲ ਮਾਈਕਰੋਸਕੋਪ ਵਿੱਚੋਂ ਦੇਖਿਆ ਜਾ ਸਕਦਾ ਹੈ। ਨਿਊਕਲੀਅਸ ਇਜ਼ ਸੈਪਰੇਟਿਡ ਫਰੋਮ ਦੀ ਸਿਟੋਪਲਾਜ਼ਮ ਬਾਈ ਅ ਮੈਂਬਰਨ ਕਾਲਡ ਅ ਨਿਊਕਲੀਅਰ ਮੈਂਬਰੇਨ। ਹੁਣ ਬੱਚੋ ਪਹਿਲੇ ਅਸੀਂ ਕੀਤੇ ਸੀ ਨਾ ਉਹ ਯੂਕੇ ਰਿਓਟ ਤੇ ਪ੍ਰੋਕੇ ਰਿਓਟ ਵਾਲੇ ਜਿਹੜੇ ਨਿਊਕਲੀਅਰ ਮੈਂਬਰਨ ਹੁੰਦੀ ਹੈ, ਨਿਊਕਲੀਅਰ ਮੈਂਬਰਨ ਨਹੀਂ ਹੁੰਦੀ। ਯਾਦ ਨੇ ਤੁਹਾਨੂੰ ਦੱਸਿਆ ਸੀ ਕਿ ਉਹ ਜਿਹੜਾ ਬਰੂ ਅਲਗੇ ਤੇ ਬੈਕਟੀਰੀਆ ਵਿੱਚ ਨਿਊਕਲੀਅਰ ਮੈਂਬਰਨ ਨਹੀਂ ਹੁੰਦੀ। ਠੀਕ ਹੈ ਨਾ। ਸੋ ਇਹ ਸੈਪਰੇਟਿਡ ਕਿੰਨਾ ਹੁੰਦਾ ਹੈ, ਨਿਊਕਲੀਅਸ ਇਜ਼ ਸੈਪਰੇਟਿਡ ਫਰੋਮ ਦੀ ਸਿਟੋਪਲਾਜ਼ਮ, ਕਿਉਂਕਿ ਉਹ ਜੈਲੀ ਲਾਈਕ ਜੋ ਸਬਸਟਾਂਸ ਹੈ ਸਿਟੋਪਲਾਜ਼ਮ, ਉਹਦੇ ਵਿੱਚ ਨਿਊਕਲੀਅਸ ਟਿਕਿਆ ਹੁੰਦਾ ਹੈ। ਤੇ ਉਹ ਨਿਊਕਲੀਅਸ ਨੇ ਜੋ ਸੈਪਰੇਸ਼ਨ ਹੈ, ਨਿਊਕਲੀਅਸ ਨੂੰ ਸਿਟੋਪਲਾਜ਼ਮ ਤੋਂ ਸੈਪਰੇਸ਼ਨ ਕਿੱਦਾਂ ਕੀਤੀ ਹੁੰਦੀ ਹੈ, ਨਿਊਕਲੀਅਰ ਮੈਂਬਰੇਨ ਦੇ ਨਾਲ। ਠੀਕ ਹੈ, ਸੋ ਨਿਊਕਲੀਅਸ ਇਜ਼ ਸੈਪਰੇਟਿਡ ਫਰੋਮ ਦੀ ਸਿਟੋਪਲਾਜ਼ਮ ਬਾਈ ਅ ਮੈਂਬਰਨ ਕਾਲਡ ਦੀ ਨਿਊਕਲੀਅਰ ਮੈਂਬਰੇਨ। Nucleus also plays a role in inheritance because it contains genes। ਇਹ ਵੀ ਇੱਕ ਅਦਾ ਕੰਮ ਹੈਗਾ। ਤੁਸੀਂ ਯਾਦ ਕਰੋ ਅਸੀਂ ਪਿੱਛੇ ਜਿਹੜੀਆਂ ਸਲਾਈਡਾਂ ਗਈਆਂ ਉਹ 'ਚ ਕ੍ਰੋਮੋਸੋਮ ਆਇਆ ਸੀਗਾ। ਕ੍ਰੋਮੋਸੋਮ ਕਿੱਥੇ ਹੁੰਦਾ ਹੈ, ਕ੍ਰੋਮੋਸੋਮ ਹੁੰਦਾ ਨਿਊਕਲੀਅਸ ਵਿੱਚ। ਤੇ ਕ੍ਰੋਮੋਸੋਮ ਕੀ ਕੈਰੀ ਕਰਦਾ ਹੈ, ਜੀਨਸ ਕੈਰੀ ਕਰਦਾ ਹੈ। ਇਸ ਕਰਕੇ ਨਿਊਕਲੀਅਸ ਆਲਸੋ ਪਲੇਜ਼ ਅ ਰੋਲ ਇਨ ਇਨਹੈਰੀਟੈਂਸ ਬਿਕੋਜ਼ ਇਟ ਕੰਟੇਨਸ ਜੀਨਸ। ਠੀਕ ਹੈ ਬੱਚਿਓ, ਆਓ ਅੱਗੇ ਚਲੀਏ। ਅੱਗੇ ਹੁਣ ਕੀ ਹੈ ਬੱਚੇ, ਨਿਊਕਲੀਅਰ ਮੈਂਬਰੇਨ ਆ ਗਿਆ। ਹੁਣ ਦੇਖੋ ਜੋ ਪੋਰਸ, ਜਿਸ ਤਰ੍ਹਾਂ ਸੈੱਲ ਮੈਂਬਰੇਨ ਪੋਰਸ ਹੁੰਦੀ ਹੈ, ਇसी ਤਰ੍ਹਾਂ ਨਿਊਕਲੀਅਰ ਮੈਂਬਰੇਨ ਇਜ਼ ਆਲਸੋ ਪੋਰਸ। ਇਟ ਹੈਜ਼ ਗॉट small pores। ठीक है, the porous membrane surrounding the nucleus and separating it from the cytoplasm is called nuclear membrane। So nuclear membrane what does it do, it separates the nucleus from the cytoplasm। ठीक है, and it is porous in nature। So being porous it allows two-way movement, अंदर भी ते बाहर भी, अंदरला समान बाहर जा सकता है, बाहरला अंदर जा सकता है। ठीक है, so being porous it allows two-way movement of materials and substances between the nucleus and the cytoplasm। cytoplasm ਵਿੱਚ और nucleus ਵਿੱਚ ਆਵਾਜਾਈ ਜਿਹੜੀ ਹੈ two-way traffic ਚੱਲਦਾ ਰਹਿੰਦਾ ਹੈ। ਕਿਸ ਤਰ੍ਹਾਂ, because of the pores in the nuclear membrane, ਕਿਉਂਕਿ ਇਹ 'ਚ ਬੜੇ ਮਹੀਨ ਛੇਕ ਹੁੰਦੇ ਨੇ। ਠੀਕ ਹੈ, ਇਹਦੇ ਵਿੱਚ ਨਿਊਕਲੀਅਰ ਮੈਂਬਰੇਨ ਦੇ ਵਿੱਚ। ਹੁਣ ਅਗਲਾ ਆ ਗਿਆ ਬੱਚਿਓ ਨਿਊਕਲੀਓਲਸ। ਨਿਊਕਲੀਓਲਸ ਇਟ ਇਜ਼ ਅ ਸਫੈਰੀਕਲ ਬਾਡੀ ਇਨਸਾਈਡ ਦੀ ਨਿਊਕਲੀਅਸ ਆਫ ਅ ਸੈੱਲ। ਮਤਲਬ ਜਿਹੜਾ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਵੀ ਇੱਕ ਸਫੈਰੀਕਲ ਹੋਰ ਚੀਜ਼ ਹੁੰਦੀ ਹੈ, ਉਹਨੂੰ ਕਿਹਾ ਜਾਂਦਾ ਹੈ ਨਿਊਕਲੀਓਲਸ। ਇਟ ਕੈਨ ਬੀ ਸੀਨ ਵਿਦ ਅ ਮਾਈਕਰੋਸਕੋਪ ਆਫ ਹਾਇਰ ਮੈਗਨੀਫਿਕੇਸ਼ਨ। ਮਤਲਬ ਕਿ ਇਹਦਾ ਮਤਲਬ ਇਹ ਹੋਇਆ ਇਹ ਆਮ ਮਾਈਕਰੋਸਕੋਪ ਦੇ ਨਾਲ ਨਜ਼ਰ ਨਹੀਂ ਆਉਂਦਾ, ਇਹ ਜਿਹੜਾ ਹੋਰ ਸਟਰੋਂਗ ਮਾਈਕਰੋਸਕੋਪ ਹੁੰਦਾ ਹੈ, ਹਾਇਰ ਮੈਗਨੀਫਿਕੇਸ਼ਨ, ਮਤਲਬ ਕਿ ਉਹ ਚੀਜ਼ ਨੂੰ ਉਨਾ ਵੱਡਾ ਕਰ ਦੇਵੇ ਜਿਹੜਾ ਆਮ ਮਾਈਕਰੋਸਕੋਪ ਕਰਦਾ ਹੈ, ਉਹ ਤੋਂ ਵੀ ਕਈ ਗੁਣਾ ਜ਼ਿਆਦਾ ਵੱਡਾ ਕਰ ਦੇਵੇ, ਉਹਦੇ ਨਾਲ ਨਜ਼ਰ ਆਉਂਦਾ ਹੈ। ਇਹ ਆਮ ਮਾਈਕਰੋਸਕੋਪ ਦੇ ਨਾਲ ਨਜ਼ਰ ਨਹੀਂ ਆਉਂਦਾ ਬਿਕੋਜ਼ ਆਫ ਇਟਸ ਮਾਈਨਿਊਟ ਸਾਈਜ਼, ਵੈਰੀ ਸਮਾਲ ਸਾਈਜ਼। ਆਓ ਅੱਗੇ ਚਲੀਏ। ਅੱਗੇ ਆ ਗਿਆ ਬੱਚੇ ਨੂੰ ਆਰਗਨ। ਆਰਗਨ ਦਾ ਮਤਲਬ ਹੁੰਦਾ ਅੰਗ। ਠੀਕ ਹੈ, ਐਨ ਆਰਗਨ ਇਜ਼ ਅ ਫੁੱਲੀ ਡਿਫਰੈਂਸ਼ੀਏਟਿਡ ਮਤਲਬ ਆਪਣੇ ਆਪ 'ਚ ਇੰਡੀਪੈਂਡੈਂਟ, ਸਪੈਸ਼ਲਾਈਜ਼ਡ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ। ਹੁਣ ਬੱਚੋ ਇਹ ਜਿਹੜੇ ਫਰੇਜ਼ਿਸ ਨੇ ਇਹ ਤੁਹਾਨੂੰ ਯਾਦ ਕਰਨੇ ਪੈਣਗੇ। ਦੇਖੋ ਇਹ ਬੜਾ ਫਿਰ ਨਾ ਇਹ ਆਮ ਯੂਜ਼ ਹੁੰਦਾ ਹੈ, ਸਟਰਕਚਰਲ ਐਂਡ ਫੰਕਸ਼ਨਲ ਯੂਨਿਟ। ਮਤਲਬ ਕਿ ਇੱਕ ਢਾਂਚੇ ਦੇ ਤੌਰ ਤੇ ਤੇ ਕੰਮ ਦੇ ਤੌਰ ਤੇ ਇੱਕ ਇੰਡੀਪੈਂਡੈਂਟ ਇਕਾਈ ਹੈ, ਯੂਨਿਟ ਮੈਨੇ। ਠੀਕ ਹੈ, ਇਕਾਈ। ਆਰਗਨ ਇਜ਼ ਅ ਫੁੱਲੀ ਡਿਫਰੈਂਸ਼ੀਏਟ, ਤੁਸੀਂ ਦਿਮਾਗ 'ਚ ਦਾ ਅੱਖਾਂ ਬੰਦ ਕਰਕੇ ਰਿਪੀਟ ਕਰ ਲਓ। ਐਨ ਆਰਗਨ ਇਜ਼ ਅ ਫੁੱਲੀ ਡਿਫਰੈਂਸ਼ੀਏਟਿਡ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ in an animal that is specialized for some particular function। ਤੇ ਉਸ ਆਰਗਨ ਦਾ
एक कोई खास मिथ्या होया कम हुंदा है। जिवें अख का काम देखना है, अख सुन नहीं सकती, सो अख की है ऑर्गन है। इसी तरह कंन का काम सुनना है, कंन सूंघ नहीं सकता, माई ईयर कैन नॉट स्मैल, माई ईयर कैन हीयर, सो कंन का काम है सुनना, सो कंन की है ऑर्गन है। माई नोज कैन स्मैल, माई नोज कैन नॉट सी, क्योंकि वह काम नहीं है। सो नोज इज अ स्पेशलाइज्ड ऑर्गन फॉर स्मैलिंग। ठीक है बच्चों। सो इस तरह मतलब कि यह चीज़ समझिए कि ऑर्गन इज अ फुली डिफरेंशिएटेड स्ट्रक्चरल एंड हुण देखो अख का स्ट्रक्चर कंन के स्ट्रक्चर तो बिल्कुल डिफरेंट है, तो कंन का स्ट्रक्चर नक तो बिल्कुल वखरा है, बिल्कुल डिफरेंट है। ठीक है ना। इन्होंने सैल्स भी वखरे वखरे होंगे अकॉर्डिंग टू द फंक्शन। सो एन ऑर्गन इज अ फुली डिफरेंशिएटेड स्ट्रक्चरल एंड फंक्शनल यूनिट इन एन एनिमल दैट इज स्पैशलाइज्ड फॉर सम पर्टिकुलर फंक्शन। जो एक गल का किसी खास काम नूं करन लई माहर हैगा, ਉਹਦਾ एक्सपर्ट हैगा, स्पैशलाइज मैंने माहर हैगा, उन्होंने उस चीज़ की कुदरत ने वो चीज़ दी हुई है। फिर कहते ऑर्गेन्स आर मेड ऑफ टिश्यूज़। हुण ऑर्गेन्स की जो वंड करिए वो फिर बड़े सारे टिश्यूज़ होंगे। ऑर्गेन्स आर ऑल ऑर्गेन्स आर मेड ऑफ सम टिश्यूज़। फिर जो एक टिश्यू हैगा, टिश्यू इज एन एग्रीगेट ऑफ पर्टिकुलर टाइप ऑफ सैल्स। जो एक टिश्यू हैगा वो एक किस्म के सैलों के गुच्छे होंगे, क्लस्टर होएगा, बहुत सारे सैल्स होंगे ਜਿਹੜੇ एक पर्टिकुलर टाइप के होंगे, उन्होंने कैटेगरी होएगी। ठीक है। सो उन्होंने कहा जाता है टिश्यू। सो यदा मतलब की है स्टार्टिंग किधरों हुई, सैल तो बहुत सारे सैल इको टाइप के बन गए, वो सैल के ग्रुप में कहता टिश्यू। फिर इस तरह अलग अलग सैलों के अलग अलग टिश्यू बन गए, जिसले बहुत सारे टिश्यू बन गए वो टिश्यू का बन गया एक ऑर्गन। तो फिर ऑर्गन की करता है, एक कोई खास किस्म का काम करता है। डिफरेंट सैट्स ऑफ ऑर्गनस परफॉर्म डिफरेंट फंक्शनस। डिफरेंट जोड़े अंग ने, जिदा मैं तुहानूं दस्सिया अख का कंन का एग्जाम्पल दे दिता है। सो डिफरेंट ऑर्गनस परफॉर्म डिफरेंट फंक्शनस एंड ऑल ऑर्गेनिजम्स कैरी आउट सर्टन बेसिक फंक्शनस। तो जिन्ने भी ऑर्गेनिज्म ने, जिन्ने भी लिविंग ऑर्गेनिज्म छोटे वड्डे सारे अपने जोड़े बेसिक फंक्शन ने वो करते ही ने। बेसिक फंक्शन किहड़े ने बच्चों? साह लेना, टू रेस्पायर, टू ईट कुछ खाते हैं, फिर टू डाइजैसट हजम करते हैं, फिर टू एक्सक्रीट मल मूत्र त्यागते हैं, फिर रिप्रोड्यूस ऑफस्प्रिंग तैयार करते हैं, टू ग्रो वड्डे होंगे ने। सो दीज आर दी बेसिक फंक्शनस विच आर परफॉर्मड बाय ऑल ऑर्गेनिजम्स। असी पहले भी देखा है, दे आर परफॉर्मड बाय यूनिसैल्यूलर ऑर्गेनिजम्स, दे आर परफॉर्मड बाय मल्टी सैल्यूलर ऑर्गेनिजम्स। सो चाहे वो ऑर्गेनिज्म छोटे हों वड्डे हों, ऑल ऑफ दैम परफॉर्म सर्टेन बेसिक फंक्शंस। सर्टेन बेसिक फंक्शंस आर परफॉर्मड इन टर्न बाय सम स्पेशलाइज्ड ऑर्गन्स। आगे चलिए हम organelles. Organelle is a specialized part or component of a cell present in the cytoplasm. Organelle बच्चे एक छोटा जहा पुर्जा होता है जो बड़ा इंपॉर्टेंट होता है और स्पेशलाइज्ड होता है। ठीक है। एंड इट इज़ प्रेजेंट इन द सिटोप्लाज्म। फॉर एग्जाम्पल 3 एग्जाम्पल जोड़े है ले लो, जोड़ा मैं सिटोप्लाज्म में तुहानूं एग्जाम्पल भी दिता सीगा जैली का, है ना। सो वो जोड़े है वो किहड़े ते है 3 है गर्म, गोल्गी बॉडीज, राइबोसोम्स, mitochondria. So these 3 are examples of organelles. ठीक है बच्चों। So cytoplasm is like a jelly like substance which surrounds the nucleus and is inside the मतलब कि inside part of the cell membrane। ठीक है। तो ਉਹਦੇ ਵਿੱਚ organelles ਹੁੰਦੇ ਨੇ, ਤੇ organelles ਜਿਹੜੇ ਹੈਗੇ ਨੇ they are specialized parts or components, and some examples are Golgi bodies, ribosomes and mitochondria। आगे चलिए हम अगला आ गया बच्चों प्लाज्मा मेम्ब्रेन। सो इट इज़ सेम एज सेल मेम्ब्रेन। सो आई एम नॉट रिपीटिंग इट, चाहे तुम सेल मेम्ब्रेन कह लो चाहे प्लाज्मा मेम्ब्रेन कह लो, एको ही गल है। हुण अगला आ गया प्रोटोप्लाज्म। प्रोटोप्लाज्म रेफर्स टू द इंटायर कंटेंट ऑफ अ लिविंग सेल, मतलब जिहदा पूरा मुकम्मल तौर पर कलैक्टिवली लिविंग सैल का जिहड़ा सारा इंटायर कंटेंट होंदा है उन्होंने कहा जाता है प्रोटोप्लाज्म। It includes the cytoplasm and the nucleus. Protoplasm is the living substance of the cell. ਅਸੀਂ ਇਹ ਕਹਿ ਸਕਦੇ ਹਾਂ ਕਿ cytoplasm and nucleus both are collectively और वो होर भी ਜਿਹੜਾ living ਜਿਹੜਾ substance है सारे ਨੂੰ collectively they are known as protoplasm। ठीक है जी। आओ आगे चलिए। ਹੁਣ ਬੱਚਾ आ गया सीडोपोडिया। सीडो मैंने होंगे बच्चों नकली, नकली झूठा, तो पोडिया पोड मैंने पैर होंगे ने, पोडम शायद होंगे एक पैर, तो पोडिया
दो पैर या ज़्यादा पैर, प्लूरल. सो पोडिया इज प्लूरल ऑफ पोडम. पोडम इज 1 फुट माने फुट, पोडिया इज फीट. स्यूडोपोडियम इज फॉल्स फीट. जिदा एक होंगे बच्चों ना होंगे टर्म होर स्यूडोनिम. स्यूडोनिम होंगे नकली नाम. हुण बड़े कई लोग ठग चोर होंगे ने वो अपने नाम रख लेंगे, नकली पासपोर्ट, नकली आधार कार्ड है ना, तो स्यूडोनिम जो नकली नाम होंगे उन्होंने कहा जाता स्यूडोनिम. इसी तरह स्यूडोपोडियम इज नकली पैर. ठीक है, और देखिए की चीज़ हैगी है. सो लिटरल मीनिंग तो यही है, स्यूडोपोडियम इज फॉल्स फीट, झूठे पैर, मतलब कि नकली पैर. ठीक है, ओके. दे आर प्रोजेक्शंस. प्रोजेक्शंस होंगी बच्चों कोई चीज़ बाहर आ रही हो, जिदा दीवार 'च किल्ली लगी हुई है तो मैं कਹਾਂ इट इज़ प्रोजेक्टिंग आउट ऑफ दी वॉल. कोई चीज़ मेन बॉडी तो अलग बाहर आ रही हो, अलग. ठीक है ना, प्रोजेक्शन उन्होंने कहा प्रोजेक्शन क्या जाता है, वो जी बाहर उभर रही होंगी है. दे आर प्रोजेक्शंस ऑफ वेरीइंग लेंथ्स. हुण मान लो दीवार है वो छोटियां वड्डियां लंबियां किल्लियां मैं गढ़ देवां, सो दे आर प्रोजेक्शंस ऑफ वेरीइंग लेंथ्स. इसी तरह कहने दे आर प्रोजेक्शंस ऑफ वेरीइंग लेंथ्स. वेरीइंग मैंने चेंजिंग लेंथ्स, छोटी वड्डी चेंज होती रहती है. प्रोट्रूडिंग. प्रोट्रूडिंग मैंने उभरदियां हुई, बाहर आ रही हुई. आउट ऑफ द बॉडी ऑफ अमीबा. हाँ ए कहते अमीबा की बॉडी चों बाहर आ रही प्रोजेक्शंस जड़ियां ने उन्होंने कहा जाता है स्यूडोपोडिया. दीज प्रोजेक्शंस अपीयर एंड डिसअपीयर. वो कभी अंदर आ जाती कभी बाहर चल जाती, कभी अंदर आ जाती कभी बाहर चल जाती. उन्होंने लंबाई भी चेंज होती रहती है एज अमीबा मूव्स. जिस तरह अमीबा चलता है और फीड्स और खाना खाता है, कॉजिंग दी चेंज इन शेप. तो वो शेप चेंज होती है नेचुरली. जब बॉडी चो कोई चीज़ बाहर आ गई, इधरों बाहर आ गई, उधरों बाहर आ गई, छोटी हो रही वड्डी हो रही है, कभी आ गई कभी चली गई, तो वो शेप चेंज हो जाएगी. ठीक है ना. सो दिस चेंज इन शेप इज़ बिकॉज ऑफ दिस फॉल्स फीट. जड़ियाँ प्रोजेक्शंस आ रही ने जा रही ने अंदर बाहर, इनू कहा जाता है स्यूडोपोडिया. तो फीट क्यों तो पोडिया क्यों क्या, फीट क्यों क्या, बिकॉज ये चलता भी है, यदि मूवमेंट ये करके होंगी है. ठीक है, दैट इज़ वाई अमीबा अपीयर्स टू हैव नो डेफिनेट शेप. हुण बच्चों इदा सवाल भी आ सकता है, कहते वाई अमीबा डज नॉट हैव अ डेफिनेट शेप. तो असीं जवाब देवांगे अमीबा डज नॉट हैव डेफिनेट शेप बिकॉज ऑफ स्यूडोपोडिया. एंड वट इज स्यूडोपोडिया? दे आर प्रोजेक्शंस ऑफ वेरिंग लेंथ्स प्रोट्रूडिंग आउट ऑफ द बॉडी ऑफ अमीबा. दीज प्रोजेक्शंस अपीयर एंड डिसअपीयर एज अमीबा मूव्स और फीड्स कॉजिंग द चेंज इन शेप. इस तरह आ गया सवाल. हाँ जवाब आ गया साडा. सो अनलाइक अदर ऑर्गेनिजम्स, दूजे ऑर्गेनिजम्स में इस तरह नहीं होंदा, पर अमीबा भी इस तरह होंदा है. कहते दिस चेंज इन शेप ड्यू टू स्यूडोपोडिया हैल्प्स मूवमेंट एंड द कैप्चरिंग ऑफ फूड. ਇਹ ਜਿਹੜੀ ਚੇਂਜ ਆਫ ਸ਼ੇਪ ਹੈ ਉਹਦੀ ਇਹ ਸਿਊਡੋਪੋਡੀਆ ਕਰਕੇ ਉਹਦੇ ਨਾਲ ਕੀ ਹੁੰਦਾ ਹੈ, ਉਹਨੂੰ ਅਮੀਬਾ ਨੂੰ ਹਿੱਲਣ ਜੁਲਣ ਵਿੱਚ ਤੁਰਨ ਫਿਰਨ ਦੀ ਸਹਾਇਤਾ ਮਿਲਦੀ ਹੈ ਤੇ ਖਾਣਾ ਲੱਭਣ ਵਿੱਚ ਤੇ ਖਾਣਾ ਪ੍ਰਾਪਤ ਕਰਨ ਵਿੱਚ ਚੱਕ ਕੇ ਮੂੰਹ ਵਿੱਚ ਪਾਉਣ ਵਿੱਚ ਹੀ ਉਹਨੂੰ ਮਦਦ ਮਿਲਦੀ ਹੈ. ਕੈਪਚਰਿੰਗ, ਕੈਪਚਰ ਹੁੰਦਾ ਫੜਨਾ. ठीक है, आओगे चलिए. ओके, टिश्यू. लिविंग ऑर्गेनिजम्स कंसिस्ट ऑफ डिफरेंट ऑर्गेन्स परफॉर्मिंग वेरियस फंक्शंस. ऐसे ही दस चुके हैं पहले बच्चों. लिविंग ऑर्गेनिजम्स के अलग अलग अंग होंगे ने, अलग अलग ऑर्गेन्स होंगे ने एंड अलग अलग ऑर्गेन्स दे परफॉर्म वेरियस फंक्शंस. वो वखरे वखरे काम करते हैं. ठीक है, सो लिविंग ऑर्गेनिजम्स कंसिस्ट ऑफ डिफरेंट ऑर्गेन्स परफॉर्मिंग वेरियस फंक्शंस. फिर कहते ईच लिविंग ऑर्गेन इज़ फर्दर मेड अप ऑफ स्मॉलर पार्ट्स कॉल्ड टिश्यूज़. हुण जिहड़ा ऑर्गन है वो होर छोटे छोटे चीज़ों का तो बनया होंदा है, स्मॉलर पार्ट्स, उन्होंने कहा जाता है टिश्यूज़. ठीक है, टिश्यू इज़ अ ग्रुप ऑफ सेल्स सिमिलर इन ओरिजिन एंड स्ट्रक्चर दैट फंक्शन टुगैदर टू डू अ स्पैसिफिक जॉब. तो टिश्यू की है, टिश्यू इज़ अ ग्रुप ऑफ सैल्स, वो बहुत सारे सैल होंगे ने ते सिमिलर इन ओरिजिन, उन्होंने जो जन्म है वो एको किस्म के होंगे ने एंड स्ट्रक्चर ढांचा भी इको जिहा होंदा है दैट फंक्शन टुगैदर टू डू अ स्पैसिफिक जॉब. जो सारे सैल्स रल के एक किस्म का जो जॉब है, एक किस्म का जो काम है वो सारे रल के करते हैं. ठीक है, आओ अगे चलिए. ओके, आई थिंक दिस इज़ द लास्ट वन नाउ. नहीं, एक होर है WBCS, वो भी है. दिस इज द सेकेंड लास्ट आई होप. वैक्यूल. वैक्यूल की है बच्चों द ब्लैंक लुकिंग, ब्लैंक में खाली, एम्प्टी टाइप. ठीक है, द ब्लैंक लुकिंग स्ट्रक्चर इन द साइटोप्लाज्म ऑफ अ सेल इज़ कॉल्ड, ओहो सॉरी बच्चों इतने टाइप करना भुल गया, इज़ कॉल्ड अ वैक्यूल. इतने लिख लेना, इतने मिसिंग हो गई, डिलीट हो गया शायद टाइप कर दे मेरे को. द ब्लैंक लुकिंग स्ट्रक्चर इन द साइटोप्लाज्म ऑफ अ सेल इज़ कॉल्ड वैक्यूल. इतने लिख लेना तुसीं. ठीक है, ओके, जस्ट इंसर्ट हेयर वैक्यूल. प्लांट सैल्स हैव लार्ज वैक्यूल्स. हुण फर्क है, प्लांट सैल्स जिहड़े हैगे ने उन्हां दे वैक्यूल ज़्यादा वड्डे हुंदे ने
बट वैक्यूल्स इन एनिमल सैल्स आर मच स्मॉलर। ਜਿਹੜੇ ਐਨੀਮਲ ਸੈਲਸ ਨੇ ਉਹਨਾਂ 'ਚ ਵੈਕਿਊਲਸ ਆਰ ਵੈਰੀ ਸਮॉल, ਬਟ ਇਨ ਪਲਾਂਟ ਸੈਲਸ ਵੈਕਿਊਲਸ ਆਰ ਵੈਰੀ ਲਾਰਜ। ਇਟ ਕੁਡ ਆਲਸੋ ਬੀ ਸਿੰਗਲ ਐਂਡ ਬਿਗ ਐਜ਼ ਇਨ ਅਨੀਅਨ ਸੈਲ। ਕਹਿੰਦੇ ਉਹ ਜਿਹੜਾ ਵੈਕਿਊਲ ਹੈ ਹੋ ਸਕਦਾ ਕੁਝ ਪਲਾਂਟਸ ਵਿੱਚ ਇਕੱਲਾ ਇਕੱਲਾ ਹੋਵੇ ਅਤੇ ਬੜਾ ਵੱਡਾ ਹੋਵੇ, ਜਿਵੇਂ ਕਿ ਅਨੀਅਨ ਸੈਲ ਵਿੱਚ। ਇਹਦਾ ਮਤਲਬ ਇਹ ਹੋਇਆ ਕਿ ਅਨੀਅਨ ਸੈਲ ਦੇ ਵਿੱਚ ਵੈਕਿਊਲ ਇਜ਼ ਓਨਲੀ वन एंड इट इज़ लार्ज इन साइज। ओके चलिए, ओके आई थिंक दिस इज द लास्ट वन नाउ। वाइट ब्लड सेल, ओके WBC ਨੂੰ ਕਿਹਾ ਜਾਂਦਾ ਹੈ। द फुल फॉर्म इज वाइट ब्लड सेल। सो WBC इज अ ब्लड सेल, मतलब कि खून ਦਾ ਸੈੱਲ ਹੈ, ਠੀਕ ਹੈ ਨਾ। इज अ ब्लड सेल विच इज़ एन इंपॉर्टेंट पार्ट ऑफ द बॉडीज डिफेंस सिस्टम। ਇਹ ਸਾਡੇ ਸਰੀਰ ਦੀ ਜੋ ਬੋਡੀ ਹੈ ਉਹਦਾ ਡਿਫੈਂਸ ਸਿਸਟਮ ਹੁੰਦਾ ਹੈ, ਮਤਲਬ ਕਿ ਉਹਨੂੰ ਪ੍ਰੋਟੈਕਟ ਕਰਨਾ। ਜਿਵੇਂ ਸਾਡੀ ਡਿਫੈਂਸ ਆਰਮੀ ਹੁੰਦੀ ਹੈ, ਆਰਮੀ ਕਹਿੰਦੇ ਜਦੋਂ ਦੁਸ਼ਮਣ ਬਾਹਰੋਂ ਦੀ ਅਟੈਕ ਕਰਦਾ ਹੈ ਤੇ ਆਰਮੀ ਫਿਰ ਉਹਨੂੰ ਲੜਦੀ ਹੈ, ਮੁਕਾਬਲਾ ਕਰਦੀ ਹੈ। ਸੋ WBC ਇਜ਼ ਲਾਈਕ ਆਰਮੀ ਆਫ ਆਵਰ ਬੋਡੀ, ਠੀਕ ਹੈ। ਇਟ ਇਜ਼ ਐਨ ਇੰਪॉर्टेंट पार्ट ऑफ द बॉडीज डिफेंस सिस्टम। जो बॉडी का साढ़ा डिफेंस सिस्टम है वह ये बड़ा इंपॉर्टेंट पार्ट है। इट डिफेंस किदा डिफेंड करता है? डिफेंस बाय इनगल्फिंग। इनगल्फ होंगे बच्चों कवर कर लेना, पूरा समेट लेना। जिवें मान लो कि दुश्मन आया, बंदा उत्ते झपट्टा मार के उन्होंने पूरा कवर कर दे, वो हिल ना सके फिर किते। सो इनगल्फ का मतलब कि तुसी इफ यू फाइंड दिस वर्ड डिफिकल्ट तो तुसी लिख सकते हो इट कवर्स या इट इनक्लोजिज, पूरा ढक लेंदा उन्होंने। WBC ਜਿਹੜਾ ਕਿਹਨੂੰ ਢੱਕ ਲੈਂਦਾ? ਇਟ ਡਿਫੈਂਸ ਬਾਏ ਇਨਗਲਫਿੰਗ ਐਂਡ ਡਾਈਜੈਸਟਿੰਗ, ਉਹਨੂੰ ਖਾ ਜਾਂਦਾ, ਫਿਰ ਹਜਮ ਕਰ ਜਾਂਦਾ ਦੀ ਬੈਕਟੀਰੀਆ ਐਂਡ ਦੀ ਫੰਗਾਈ ਐਂਟਰਿੰਗ ਆਵਰ ਬੋਡੀ। ਜਿਹੜਾ ਵੀ ਫੰਗਸ, ਜਿਹੜਾ ਵੀ ਬੈਕਟੀਰੀਆ ਜਾਂ ਫੰਗਾਈ, फंगस इज बच्चों, फंगस इज सिंगुलर एंड फंगाई इज प्लूरल। इसी तरह बैक्टीरिया इज प्लूरल, बैक्टीरियम इज सिंगुलर। सो बैक्टीरिया इज नथिंग बट प्लूरल ऑफ बैक्टीरियम एंड फंगाई इज नथिंग बट प्लूरल ऑफ फंगस। सो ये सारे की अगने दे आर जम्स, है ना, दे आर माइक्रो ऑर्गेनिजम्स। ये की करते हैं साडी बॉडी ਨੂੰ बीमार करते हैं, इन्फेक्शन करते हैं, ठीक है ना। जे फंगस के नाल इन्फेक्शन होए असीं कहने फंगल इन्फेक्शन, जे बैक्टीरिया के नाल इन्फेक्शन असीं कहने बैक्टीरियल इन्फेक्शन, जे वायरस के नाल इन्फेक्शन असीं कहने वायरल इन्फेक्शन, ठीक है ना। सो इस तरह होंदा है। सो इट डिफेंड्स बाय इनगल्फिंग एंड डाइजेस्टिंग दी बैक्टीरिया एंड दी फंगाई एंटरिंग आवर बॉडी। ਜਿਹੜੀ ਵੀ फंगस या बैक्टीरिया ਸਾਡੇ अंदर एंटर करता है, ਇਹ WBC ਕੀ ਕਰਦਾ, फौजियां वांगू ਉਹਨੂੰ ਢਾ ਲੈਂਦਾ ਇੱਕਦਮ, ਕਹਿੰਦਾ ਆ ਜਾ ਕਾਕਾ ਕਿੱਥੇ ਜਾਣਾ, ਉਹਨੂੰ ਪੂਰਾ ਇਹਦਾ ਸਮੇਟ ਕੇ ਚਾਰੋਂ ਪਾਸਿਓਂ ਇਨਗਲਫ ਕਰਕੇ ਉਹਨੂੰ ਖਾ ਜਾਂਦਾ ਤੇ ਹਜਮ ਕਰ ਜਾਂਦਾ, ਠੀਕ ਹੈ। ਤੇ ਇਸ ਤਰ੍ਹਾਂ ਸਾਡੀ ਬੋਡੀ ਜਿਹੜੀ ਹੈ ਉਹ ਫਿਰ ਇਨਫੈਕਸ਼ਨ ਤੋਂ ਬਚ ਜਾਂਦੀ ਹੈ। ਕਹਿੰਦੇ ਲਾਈਕ ਅਮੀਬਾ, ਹੁਣ ਇਹਦੀ ਖਾਸ ਗੱਲ ਵੀ ਹੈਗੀ ਹੈ, ਲਾਈਕ ਅਮੀਬਾ WBC ਇਜ਼ ਆਲਸੋ ਅ ਸਿੰਗਲ ਸੈਲ ਵਿਚ ਕੈਨ ਚੇਂਜ ਇਟਸ ਸ਼ੇਪ। ਜਿਹੜਾ ਅਮੀਬਾ ਦਾ ਅਸੀਂ ਪੜ੍ਹਿਆ ਕਿ ਸਿਊਡੋਪੋਡੀਆ ਕਰਕੇ ਅਮੀਬਾ ਦੀ ਸ਼ੇਪ ਚੇਂਜ ਹੁੰਦੀ ਰਹਿੰਦੀ ਹੈ, ਪਰ ਕਹਿੰਦੇ WBC ਜਿਹੜਾ ਹੈ ਇਹ ਵੀ ਆਪਣੀ ਸ਼ੇਪ ਚੇਂਜ ਕਰ ਲੈਂਦਾ, ਕਿਉਂਕਿ ਇਹਨੇ ਲੜਨਾ ਹੈ ਨਾ, तो इट हैज़ टू बी फ्लैक्सीबल। वो इधरों फड़ लिया, अगर इधरों फड़ लिया, शेप चेंज करके पूरा उन्होंने कवर कर लेंदा है फंगस नूं या बैक्टीरिया नूं। कहते पर एक फर्क है, बट वाइल WBC इज़ अ सैल, अमीबा इज़ अ फुल फ्लैश्ड ऑर्गेनिज्म कैपेबल ऑफ इंडिपेंडेंट एग्जिस्टेंस। मतलब फर्क है वे कि जो WBC है वो तो एक सैल है सिंगल सैल ही, मतलब सैल है पर अपनी वो शेप चेंज कर लेंदा है। तो मतलब ये कि एक सिमिलैरिटी है तो एक फर्क भी है। वट इज़ द सिमिलैरिटी? Amoeba can change its shape, WBC also can change its shape. What is the difference? Amoeba is a full-fledged independent organism, but WBC jada hai white blood cell is a cell. It is not capable of independent existence. It can exist only in body. It cannot exist outside. But amoeba can exist independently. It can exist outside. So प्यारे विद्यार्थियों, I hope this video is going to be very useful to you in understanding this subject। ਜਿਹੜਾ ਤੁਹਾਡਾ ਟੌਪਿਕ ਸੀਗਾ, ਚੈਪਟਰ ਸੀਗਾ ਚੈਪਟਰ ਨੰਬਰ 8 ਸੈੱਲ ਸਟਰਕਚਰ ਐਂਡ ਫੰਕਸ਼ਨਸ। ਸੋ ਤੁਸੀਂ ਇਹ ਸਾਰੇ ਨੋਟਸ ਆਪਣਾ ਡਾਊਨਲੋਡ ਕਰ ਲਓ, ਨੋਟ ਕਰ ਲਓ ਨੋਟਬੁੱਕ ਵਿੱਚ, ਅਤੇ ਤੁਹਾਡਾ ਕੰਮ ਬੜਾ ਹੀ ਆਸਾਨ ਹੋ ਜਾਏਗਾ। ਬਿਕੋਜ਼ ਆਈ ਹੈਵ ਸਪੈਂਟ 2 days ਪ੍ਰੀਪੇਅਰਿੰਗ ਥੀਸ ਨੋਟਸ, ਅਤੇ ਤੁਹਾਡੇ ਲਈ ਕੰਮ ਤੇ ਮੈਂ ਕਹਿੰਦਾ ਹੁਣ 1 ਘੰਟੇ ਦਾ ਆਰਾਮ ਨਾਲ ਤੁਸੀਂ ਆਪਣਾ ਨੋਟ ਕਰ ਲਓ ਤੇ ਤੁਸੀਂ ਇਹਨੂੰ ਰਿਵਾਈਜ਼ ਕਰਕੇ ਆਰਾਮ ਦੇ ਨਾਲ ਤੁਸੀਂ ਆਪਣੀ ਪੂਰੀ ਤਿਆਰੀ ਜਿਹੜੀ ਹੈ ਕਰ ਸਕਦੇ ਆ। ਸੋ ਆਈ ਥਿੰਕ ਇਫ ਯੂ ਲਾਈਕ ਦਾ ਵਰਕ, ਸੋ ਡੂ ਸ਼ੇਅਰ ਦਾ ਵੀਡੀਓ, ਲਾਈਕ ਦਾ ਵੀਡੀਓ, ਤੇ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਦਾ ਲਾਹਾ ਲੈ ਸਕਣ। ਤੁਸੀਂ ਚੈਨਲ ਤੇ ਜਾ ਕੇ ਬਾਕੀ ਪਲੇਲਿਸਟਾਂ ਵੀ ਦੇਖੋ ਤੇ ਦੂਸਰੇ ਸਟੂਡੈਂਟਸ ਨੂੰ ਦੱਸੋ। ਉਹ 'ਚ 8th 9th 10th ਦੇ ਮੈਥ ਦੇ ਸਵਾਲ ਵੀ ਸਾਰੇ ਸੋਲਵ ਕੀਤੇ ਹੋਏ ਨੇ, 9th 10th ਦੇ ਸਾਇੰਸ ਦੇ ਨਿਊਮੈਰੀਕਲਸ ਵੀ ਹੱਲ ਕਰਕੇ ਪਾਏ ਹੋਏ ਨੇ, ਤੇ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 5th 6th 7th 8th ਦੇ ਇੰਗਲਿਸ਼ ਦੇ ਲੈਸਨ ਵੀ ਤਿਆਰ ਕਰਕੇ ਇਸੇ ਤਰ੍ਹਾਂ ਪਾਏ ਜਾ ਰਹੇ ਹਨ। ਸੋ keep studying,
bring discipline in your life and be successful. ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। Thank you very much. God bless you all.